Yes, please. Sound ठीक है sound. Good morning, sir. Good morning, Harkar Good ji. morning. Good morning. Good morning. Good morning, sir. Good morning, Swinder. Good morning. Good morning, sir. Good morning. Good morning, everyone. Today we will discuss NAPSI examination paper number third paper. थर्ड पेपर था थोड़ा ਜਿਹਾ ਪਾਰਟ ਰਹਿੰਦਾ ਸੀਗਾ ਲੈਂਡ ਐਡਮਿਨਿਸਟ੍ਰੇਟਿਵ ਮੈਨੂਅਲ ਭੂਮ ਪ੍ਰਬੰਧਕੀ ਪੰਜਾਬ ਭੂਮ ਪ੍ਰਬੰਧਕੀ ਮੈਨੂਅਲ ਇਹਦੇ ਸਾਡੇ ਕੁਝ ਚੈਪਟਰ ਹੈਗੇ ਆ ਵੈਸੇ ਆਲਮੋਸਟ ਅਸੀਂ ਇਹ ਸਾਰਾ ਸਬਜੈਕਟ ਜਿਹੜਾ ਸੀ ਇਹਦੇ ਵਿੱਚ ਹੈਗਾ ਇਹ ਅਸੀਂ ਪੜ੍ਹ ਚੁੱਕੇ ਆ ਪਰ ਥੋੜਾ ਜਿਹਾ ਚਲੋ ਫਿਰ ਵੀ ਡਿਸਕਸ ਕਰ ਲੈਣੇ ਆਪਾਂ ਇਹਦੇ ਸਾਨੂੰ ਜਿਹੜੇ ਚੈਪਟਰ ਹੈਗੇ 2 6 7 8 11 13 15 16 ਇਹ ਚਾਰ 8 सर आवाज बंद हो चुकी है जी इस बार। ओके ओके देखो साउंड चेक करना यस आवाज आ रही है जी नहीं हेलो मेरी आवाज ओके 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 ਇਹ ਜਿਹੜਾ ਭੌਂ ਪ੍ਰਬੰਧਕੀ ਮੈਨੂਅਲ ਹੈ ਜੀ ਇਹਦੇ ਸਾਨੂੰ 8 ਚੈਪਟਰ ਹੈਗੇ ਆ ਸਾਡੇ ਸਿਲੇਬਸ ਦੇ ਵਿੱਚ ਆਲਮੋਸਟ ਅਸੀਂ ਸਾਰਾ ਹੀ ਇਹ ਜਿਹੜਾ ਸਬਜੈਕਟ ਹੈਗਾ ਸਟੱਡੀ ਕਰ ਚੁੱਕੇ ਹਾਂ ਠੀਕ ਹੈ ਪਰ ਇਹਦੇ ਵਿੱਚ ਸਾਨੂੰ ਜਿਹੜੇ ਚੈਪਟਰ ਨੰਬਰ 2 ਦੇ ਵਿੱਚ ਕੀ ਹੈ ਲੈਂਡਲॉर्ड ਐਂਡ ਟੇਨੈਂਟਸ ਹੈਗੇ ਨੇ ਇਹ ਅਸੀਂ ਟੈਨੈਂਸੀ ਐਕਟ ਵਿੱਚ ਸਾਰਾ ਡਿਟੇਲ ਪੜ੍ਹ ਚੁੱਕੇ ਹਾਂ ਚੈਪਟਰ ਨੰਬਰ 6 ਹੈਗਾ ਪਾਵਰ ਆਫ ਦਾ ਰੈਵਨਿਊ ਆਫੀਸਰਸ ਅਸੀਂ ਲੈਂਡ ਰਿਕਾਰਡ ਮੈਨੂਅਲ ਲੈਂਡ ਰੈਵਨਿਊ ਐਕਟ ਦੇ ਵਿੱਚ ਸੈਕਸ਼ਨ 6 7 8 ਇਹ ਸਾਰਾ ਅਸੀਂ ਸਟੱਡੀ ਕਰ ਲਿਆ ਹੈਗਾ ਅੱਗੇ ਚੈਪਟਰ ਨੰਬਰ 7 ਹੈਗਾ ਪਟਵਾਰੀ ਐਂਡ ਕਾਨੂੰਗੋ ਇਹ ਰੂਲਸ ਬਾਰੇ ਗੱਲ ਕੀਤੀ ਗਈ ਹੈ ਪਟਵਾਰੀ ਐਂਡ ਕਾਨੂੰਗੋ ਰੂਲਸ ਦੀ ਫਿਰ ਹੈਗਾ ਚੈਪਟਰ ਨੰਬਰ 8 ਹੈਗਾ ਇਹ ਆ ਵਿਲੇਜ ਹੈਡਮੈਨ ਨੰਬਰਦਾਰ ਇਹ ਅਸੀਂ ਲੈਂਡ ਰੈਵਨਿਊ ਰੂਲਸ ਦੇ ਵਿੱਚ ਸੈਕਸ਼ਨ ਰੂਲ ਨੰਬਰ 13 ਤੋਂ ਲੈ ਕੇ ਅੱਗੇ ਔਨਵਰਡਸ ਅਸੀਂ ਸਾਰਾ ਸਟੱਡੀ ਕਰ ਚੁੱਕੇ ਹਾਂ ਨੈਕਸਟ ਹੈਗਾ ਐਗਰੀਕਲਚਰ ਸਟੈਟਿਕਸ ਜਿਹਨੇ ਕਿ ਲਾਲ ਕਿਤਾਬ ਦਾ ਨਕਸ਼ਾ ਇੱਕ ਨੰਬਰ 2 ਨੰਬਰ 3 ਨੰਬਰ ਇਹਦੇ ਬਾਰੇ ਗੱਲ ਕੀਤੀ ਗਈ ਹੈ ਫਿਰ ਹੈਗਾ ਪਾਰਟੀਸ਼ਨ ਦਾ ਸਾਡੇ ਕੋਲ ਪੂਰਾ ਚੈਪਟਰ ਸੀਗਾ ਲੈਂਡ ਰੈਵਨਿਊ ਐਕਟ ਦੇ ਵਿੱਚ ਉਹ ਵੀ ਸਟੱਡੀ ਕੀਤਾ ਗਿਆ ਤੇ ਇਸੇ ਤਰੀਕੇ ਚੈਪਟਰ ਨੰਬਰ 15 ਹੈਗਾ ਕਲੈਕਸ਼ਨ ਆਫ ਲੈਂਡ ਰੈਵਨਿਊ ਸੈਕਸ਼ਨ 61 ਤੋਂ ਲੈ ਕੇ ਸੈਕਸ਼ਨ 96 ਤੱਕ ਲੈਂਡ ਰੈਵਨਿਊ ਐਕਟ ਦੇ ਵਿੱਚ ਅਸੀਂ ਸਟੱਡੀ ਕੀਤਾ ਹੈ ਡਿਟੇਲ ਦੇ ਵਿੱਚ ਨੈਕਸਟ ਹੈ ਚੈਪਟਰ 16 ਸਸਪੈਂਸ਼ਨ ਰਿਮਿਸ਼ਨ ਐਂਡ ਰਿਡਕਸ਼ਨ ਆਫ ਦਾ ਅਸੈਸਮੈਂਟ ਇਹ ਵੀ ਜਿਹੜੀ ਸਸਪੈਂਸ਼ਨ ਤੇ ਰਿਮਿਸ਼ਨ ਹੈ ਲੈਂਡ ਰੈਵਨਿਊ ਦੀ ਠੀਕ ਹੈ ਇਹ ਵੀ ਅਸੀਂ ਟੈਨੈਂਸੀ ਐਕਟ ਦੀ ਡਿਟੇਲ 'ਚ ਪੜ੍ਹ ਚੁੱਕੇ ਹਾਂ ਪਰ ਥੋੜਾ ਰਿਵਿਊ ਕਰ ਲਈਏ ਅਸੀਂ ਵੈਸੇ ਕੋਈ ਜ਼ਿਆਦਾ ਇਹ ਮਤਲਬ ਸਾਰਾ ਹੀ ਰਿਪੀਟਿੰਗ ਹੈਗੀ ਹੈ ਚੈਪਟਰ ਨੰਬਰ 2 ਦੇ ਵਿੱਚ ਕੀ ਹੈ ਲੈਂਡਲॉर्ड ਐਂਡ ਟੇਨੈਂਟ ਦੀ ਗੱਲ ਕੀਤੀ ਗਈ ਹੈ ਰੂਰਲ ਕਮਿਊਨਿਟੀ ਕੀ ਹੁੰਦੀ ਹੈ ਰੂਰਲ ਕਮਿਊਨਿਟੀ ਦੀ ਵੀ ਦੱਸਿਆ ਗਿਆ ਕਿ ਸਾਡੀ ਜਿਹੜੀ ਮੇਨ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਹਦੇ ਵਿੱਚ ਸਾਡੇ ਜਿਹੜੀ ਹੈਗੀ ਹੈ ਵਿਲੇਜ ਕਮਿਊਨਿਟੀ ਦੀ ਚ ਕੌਣ ਲੋਕ ਹੁੰਦੇ ਨੇ ਉਹਦੇ ਬਾਰੇ ਗੱਲ ਦੱਸੀ ਗਈ ਹੈਗੀ ਹੈ ਲੈਂਡਲॉर्ड ਹੁੰਦੇ ਆ ਟੇਨੈਂਟਸ ਹੁੰਦੇ ਆ ਠੀਕ ਹੈ ਜੀ ਤੇ ਨਾਲ ਹੀ ਇੱਕ ਬੁੱਕ ਲਿਖੀ ਗਈ ਸੀ ਟ੍ਰਾਈਬਲ ਲਾਅ ਇਨ ਦਾ ਪੰਜਾਬ ਇੰਗਲਿਸ਼ ਰਾਈਟਰ ਸੀਗੇ ਰਾਓ ਐਂਡ ਰੈਟੀਗਨਸ ਇਹਨਾਂ ਵੱਲੋਂ ਇੱਕ ਬੁੱਕ ਲਿਖੀ ਗਈ ਹੈ ਟ੍ਰਾਈਬਲ ਲਾਅ ਇਨ ਦਾ ਪੰਜਾਬ ਦੇ ਜਿਹੜੇ ਲੈਂਡਲॉर्ड ਐਂਡ ਟੇਨੈਂਟਸ ਹੈਗੇ ਉਹਨਾਂ ਦੇ ਰਾਈਟਸ ਕੀ ਹੈ ਕਿਵੇਂ ਉਹ ਮਤਲਬ ਕਿ ਇੱਕ ਦੂਜੇ ਨੂੰ ਡੀਲ ਕਰਦੇ ਹੈਗੇ ਆ ਉਹਦੇ ਬਾਰੇ ਡਿਟੇਲ 'ਚ ਇਹਨੇ ਦੱਸਿਆ ਗਿਆ ਹੈਗਾ ਤੇ ਫਿਰ ਨਾਲ ਹੀ ਦੱਸਿਆ ਗਿਆ ਵੀ ਜਿਹੜੇ ਹੈਗੇ ਨੇ ਪਿੰਡਾਂ ਦੇ ਵਿੱਚ ਕਾਰੀਗਰਸ ਹੁੰਦੇ ਨੇ ਗ੍ਰੇਨ ਡੀਲਰਸ ਹੁੰਦੇ ਨੇ ਕਾਰੀਗਰਸ ਹੁੰਦੇ ਨੇ ਸਰਵੈਂਟਸ ਹੁੰਦੇ ਨੇ ਉਹਨਾਂ ਬਾਰੇ ਲੁਹਾਰ ਤਖਾਣ ਵਗੈਰਾ ਠੀਕ ਹੈ ਉਹ ਕਿਵੇਂ ਕੰਮ ਕਰਦੇ ਨੇ ਕੀ ਉਸ ਤਰ੍ਹਾਂ ਪਿੰਡਾਂ ਦੇ ਵਿੱਚ ਕੀ ਉਹਨਾਂ ਨੂੰ ਦਿੱਤਾ ਜਾਂਦਾ ਜਿਵੇਂ ਹਾੜੀ ਵੇਲੇ ਕਣਕ ਦਿੱਤੀ ਜਾਂਦੀ ਹੈ ਠੀਕ ਹੈ ਜੀ ਸੌਣੀ ਵੇਲੇ ਚਾਵਲ ਵਗੈਰਾ ਦਿੱਤੇ ਜਾਂਦੇ ਨੇ ਕੀ ਪਿੰਡਾਂ ਦੇ ਰੀਤੀ ਰਿਵਾਜ ਹੁੰਦੇ ਨੇ ਇਹਦੇ ਬਾਰੇ ਸਾਰੀ ਗੱਲ ਕੀਤੀ ਗਈ ਇਹਦੇ ਵਿੱਚ ਰੂਰਲ ਕਮਿਊਨਿਟੀਜ਼ ਕੀ ਹੁੰਦੀਆਂ ਨੇ ਪੰਜਾਬ ਅ ਕੰਟਰੀ ਆਫ ਪੀਜ਼ੈਂਟ ਲੈਂਡਲॉर्ड्स ਜਿਵੇਂ ਕਿ ਕਿਹਾ ਗਿਆ ਜਿਹੜਾ ਸਾਡਾ ਪੰਜਾਬ ਹੈ ਕੰਟਰੀ ਹੈਗਾ ਇਹ ਕਿਸਾਨਾਂ ਦਾ ਹੈਗਾ ਲੈਂਡਲॉर्ड ਜਿਹੜੇ ਕਿਸਾਨ ਨੇ ਖੁਦ ਆਪਣੀ ਖੇਤੀ ਆਪ ਕਰਦੇ ਹੈਗੇ ਨੇ ਜਾਂ ਫਿਰ ਜਿਨ੍ਹਾਂ ਕੋਲੇ ਵੱਡੇ ਚੰਕ ਨੇ ਉਹ ਲੈਂਡਲॉर्ड ਟੇਨੈਂਟਸ ਨੂੰ ਵੀ ਦੇ ਦਿੰਦੇ ਨੇ ਤਾਂ ਪੰਜਾਬ is essentially an agriculture country one half of which is owned and tilled by the peasant landowners ਕਿਸਾਨ ਨੇ ਖੁਦ ਕਾਸ਼ਤ ਕਰਦੇ ਹੈਗੇ ਆ ਖੇਤੀਬਾੜੀ ਜਿਹੜਾ ਸੂਬਾ ਹੈਗਾ ਪੰਜਾਬ ਦਾ there are few large proprietors ਵੱਡੇ ਜਿਹੜੇ ਲੈਂਡਲॉर्ड ਹੈ ਉਹ ਥੋੜੇ ਹੈਗੇ ਆ ਜਿਹੜੇ ਕਿ 500 ਰੁਪਏ ਤੋਂ ਲੈ ਕੇ 250 2500 ਰੁਪਏ ਤੱਕ ਜਿਹੜਾ ਲੈਂਡ ਨੂੰ ਮਤਲਬ ਕਿ ਅਦਾ ਕਰਦੇ ਨੇ ਉਹ ਬਹੁਤ ਥੋੜੇ ਹੈਗੇ ਆ
who pay more than 500 land revenue is less than 2500 ਲੋਕ ਤੋਂ ਜ਼ਿਆਦਾ ਨਹੀਂ ਹੈਗੇ ਜਿਹੜੇ 500 ਰੁਪਏ ਤੋਂ ਵੱਧ ਮਾਮਲਾ ਅਦਾ ਕਰਦੇ। the majority under 3 acres the majority of owners holding in the plains are less than 10 acres ਜਿਨਕੇ 10 ਏਕੜ ਤੋਂ ਘੱਟ ਦੇ ਜਿਹੜੇ ਜ਼ਿਆਦਾ ਮੈਜੋਰਟੀ ਹੈਗੀ ਹੈ, ਪਰ ਹਿੱਲੀ ਏਰੀਆ 'ਚ 3 ਏਕੜ ਤੋਂ ਜਿਹੜੀ ਘੱਟ ਦੇ ਜਿਹੜੇ ਲੈਂਡਲੋਰਡ ਜ਼ਿਆਦਾ ਹੈਗੇ ਆ, ਲੈਂਡ ਓਨਰ ਜ਼ਿਆਦਾ ਹੈ। Rule number 6 की है dangers to the peasant ownership from the division of holding and misappropriation by the money lenders। ਕੁਝ ਲਾਅ ਬਣਾਏ ਗਏ ਤਾਂ ਕਿ ਜਿਹੜੇ ਲੈਂਡ ਓਨਰਸ ਹੈਗੇ ਆ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਅੱਗੇ ਡਿਵਾਈਡ ਹੋ ਜਾਂਦੀ ਹੈ ਵਾਰ-ਵਾਰ, ਉਹਨਾਂ ਦੇ ਬੱਚੇ ਪੈਦਾ ਮਤਲਬ ਕਿ ਬੇਟੇ ਹੁੰਦੇ ਸੰਸ ਹੁੰਦੇ ਆ ਇੱਕ ਲੈਂਡਲੋਰਡ ਦੇ, ਉਹਦੇ ਗਾਹਾਂ 4 ਲੜਕੇ ਹੋ ਗਏ, ਫਿਰ ਪ੍ਰਾਪਰਟੀ ਅੱਗੇ ਡਿਵਾਈਡ ਹੋ ਗਈ, 4 ਟੁਕੜੇ ਬਣ ਗਏ। ਜਾਂ ਫਿਰ ਜਿਹੜੇ ਮਨੀ ਲੈਂਡਰਸ ਹੁੰਦੇ ਆ, ਮਨੀ ਲੈਂਡਰ ਜਿਵੇਂ ਕਿ ਸ਼ਾਹੂਕਾਰੀ ਸੀਗੀ ਪਿੰਡਾਂ ਦੇ ਚੱਲਦੀ ਸੀਗੀ, ਠੀਕ ਹੈ, ਸ਼ਾਹੂਕਾਰ ਲੋਕਾਂ ਦੀ ਜਿਹੜੀ ਜ਼ਮੀਨਾਂ ਸੀਗੀ ਉਹ ਮਤਲਬ ਕਿ ਕਰਜ਼ਾ ਦੇ ਕੇ ਉਹਨਾਂ ਨੂੰ ਮੁੱਲ ਪਰਚੇਜ ਕਰ ਲੈਂਦੇ ਸੀਗੇ। ਇਹ ਇੱਕ ਖਤਰਾ ਸੀਗਾ ਕਿਸਾਨੀ ਨੂੰ, ਜਿਨ੍ਹਾਂ ਦੀ ਜ਼ਮੀਨ ਵੰਡ ਕੇ ਬਹੁਤ ਛੋਟੀ ਟੁਕੜੇ 'ਚ ਰਹਿ ਜਾਂਦੀ ਸੀਗੀ। ਤੇ ਇਸ ਨੂੰ ਰੋਕਣ ਦੇ ਲਈ ਬਹੁਤ ਸਾਰੇ ਲਾਅ ਬਣਾਏ ਗਏ, ਪ੍ਰੀਐਂਪਸ਼ਨ ਐਕਟ ਬਣਾਇਆ ਗਿਆ ਹੈ ਜੀ। ਕਾਫੀ ਤਰ੍ਹਾਂ ਦੇ ਸਰਕਾਰ ਵੱਲੋਂ ਮਤਲਬ ਕਿ ਬੈਂਕਾਂ ਨੂੰ ਮਤਲਬ ਕਿ ਪ੍ਰੋਵੀਜ਼ਨ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ, ਤਾਂ ਕਿ ਜਿਹੜਾ ਕਰਜ਼ਾ ਹੈਗਾ ਕਿਸਾਨੀ ਜਿਹੜੀ ਹੈਗੀ ਕਰਜ਼ਾ ਸ਼ਾਹੂਕਾਰੀ ਤੋਂ ਲੈ ਕੇ, ਤਾਂ ਕਿ ਜਿਹੜਾ ਵਿਆਜ ਸੀ ਜ਼ਿਆਦਾ ਮਤਲਬ ਕਲੇਮ ਕੀਤਾ ਜਾਂਦਾ ਸੀਗਾ। ਇਸ ਕਰਕੇ ਬੈਂਕਾਂ ਨੂੰ ਦਿੱਤੀਆਂ ਗਈਆਂ ਫੈਸਿਲਿਟੀਜ਼, ਬੈਂਕ ਫੈਸਿਲਿਟੀ ਦਿੱਤੀ ਗਈ ਜ਼ਿਮੀਂਦਾਰਾਂ ਨੂੰ। ਜਾਂ ਫਿਰ ਜਿਹੜੀ ਲੈਂਡ ਸੀਗੀ ਉਹਨੂੰ ਫਰਟਾਈਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪਾਪੂਲੇਸ਼ਨ ਘਟਾਉਣ ਦੀ ਵੀ ਯਤਨ ਕੀਤੇ ਗਏ। ਡਾਈਵਰਸੀਫਿਕੇਸ਼ਨ ਕੈਨਾਲਸ, another has been increasing diversification of the occupations in the towns। Second and more serious danger was the transfer of the land by sale and mortgage। ਸਭ ਤੋਂ ਵੱਡੀ ਜਿਹੜੀ ਖਤਰਾ ਸੀਗਾ ਉਸ ਵੇਲੇ ਲੋਕਾਂ ਦੇ ਵਿੱਚ ਰਹਿੰਦਾ ਸੀਗਾ ਵੀ ਉਹ ਜਿਹੜੀ ਲੈਂਡ ਸੀਗੀ ਸੇਲ ਐਂਡ ਮੌਰਗੇਜ ਲੋਕਾਂ ਵੱਲੋਂ ਸੇਲ ਕਰ ਦਿੱਤੀ ਜਾਂਦੀ ਸੀ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਲਈ। ਵਿਆਹ ਸ਼ਾਦੀ ਕਰਨੀ ਹੁੰਦੀ ਸੀ, ਜ਼ਰੂਰਤ ਪੈਂਦੀ ਸੀ ਪੈਸੇ ਦੀ, ਜਾਂ ਫਿਰ ਮੌਰਗੇਜ ਕਰ ਦਿੰਦੇ ਸੀ ਲੋਕ। ਕਈ ਵਾਰੀ ਕੰਡੀਸ਼ਨਲ ਮੌਰਗੇਜ ਵੀ ਹੋ ਜਾਂਦੀ ਸੀਗੀ, ਜੇ ਮੌਰਗੇਜ ਕੁਝ ਸਮੇਂ ਦੇ ਲਈ ਕੀਤੀ ਗਈ ਹੈ ਤੇ ਉਸ ਮੌਰਗੇਜ ਦੇ ਵਿੱਚ ਹੀ ਕੰਡੀਸ਼ਨਲ ਸੇਲ ਕੀਤੀ ਜਾਂਦੀ ਸੀ ਵੀ ਇੰਨੇ ਸਮੇਂ ਦੇ ਅੰਦਰ ਜੇ ਤੁਸੀਂ ਇਹ ਪ੍ਰਾਪਰਟੀ ਪੈਸੇ ਦੇ ਕੇ ਨਹੀਂ ਛੁਡਵਾ ਸਕਦੇ ਤਾਂ ਫਿਰ ਉਹ ਸੇਲ ਸਮਝੀ ਜਾਂਦੀ ਸੀਗੀ। ਇਹਦੇ ਉੱਪਰ ਵੀ ਫਿਰ ਸਮੇਂ ਤੱਕ ਰੁਕਾਵਟਾਂ ਮਤਲਬ ਕਿ ਲਗਾਈਆਂ ਗਈਆਂ। ਜਿਹੜੀ ਕੰਡੀਸ਼ਨਲ ਸੇਲ ਦੀ ਜਿਹੜੀ ਮੌਰਗੇਜ ਸੀਗੀ ਉਹਨੂੰ ਵੋਇਡ ਡਿਕਲੇਅਰ ਕੀਤਾ ਗਿਆ। Civil courts accept doctrine of limited ownership। ਇਹ ਇੱਕ ਸੀਗੀ ਮਤਲਬ ਕਿ ਜਿਹਦੇ ਵਿੱਚ ਇਹ ਸੀਗਾ ਵੀ ਜਿਹੜੀ ਪ੍ਰਾਪਰਟੀ ਹੈ ਮਤਲਬ ਕਿ ਕੋਈ ਕ੍ਰੈਡੀਟਰਸ ਜਿਹੜੇ ਹੈਗੇ ਨੇ ਉਹ ਨਾ ਖਰੀਦ ਸਕਣ। ਮਤਲਬ ਕਿ ਇਹ ਪ੍ਰਾਵਧਾਨ ਬਣਾਇਆ ਗਿਆ ਵੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਆਪਣੀ ਜਿਹੜੀ ਫੈਮਿਲੀ ਹੈਗੀ ਹੈ, ਫੈਮਿਲੀ ਦੇ ਵਿੱਚ ਹੀ ਜੇ ਕਿਸੇ ਨੂੰ ਜ਼ਰੂਰਤ ਹੈ ਪੈਸੇ ਦੀ ਤਾਂ ਫੈਮਿਲੀ ਦੇ ਵਿੱਚ ਹੀ ਟ੍ਰਾਂਸਫਰ ਕੀਤੀ ਜਾ ਸਕੇ। Civil courts accept doctrine of limited ownership। This doctrine invaded the civil courts, which were bound by Section 5 of the Punjab Law Act, to decide questions of inheritance, adoption, and gift primarily on the evidence of custom, and from 1887 onwards, it formed the foundation of a series of decisions by the Chief Court on the sales and mortgages, sonless proprietors, adoptions, gifts, and preemption। ਪ੍ਰੈਮਪਸ਼ਨਸ ਕੀ ਹੁੰਦੀ ਸੀ? ਜਦੋਂ ਪ੍ਰਾਪਰਟੀ ਕਿਸੇ ਬਾਹਰਲੇ ਬੰਦੇ ਨੂੰ ਸੇਲ ਨਹੀਂ ਕੀਤੀ ਜਾਂਦੀ ਸੀ, ਜੇ ਕੋਈ ਸੇਲ ਕਰ ਵੀ ਦਿੰਦਾ ਸੀ ਤਾਂ ਜਿਹੜਾ ਪ੍ਰੈਮਪਸ਼ਨ ਐਕਟ ਬਣਾਇਆ ਗਿਆ ਸੀਗਾ ਉਹਦੇ ਵਿੱਚ ਤਹਿਤ ਕੋਈ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਹੱਕ ਸੁਭਾ ਕਹਿੰਦੇ ਆ। ਹੱਕ ਸੁਭਾ ਜਦੋਂ ਤੁਸੀਂ ਭਰਤੀ ਹੋਏ ਹੋਗੇ ਉਸ ਵੇਲੇ ਤੁਸੀਂ ਸੁਣਿਆ ਹੋਵੇਗਾ ਹੱਕ ਸੁਭਾ ਦੇ ਕੇਸ ਚੱਲਦੇ ਹੁੰਦੇ ਸੀ, ਪਰ ਬਾਅਦ ਦੇ ਵਿੱਚ ਇਹ ਜਿਹੜਾ ਐਕਟ ਸੀਗਾ ਰਿਵੀਲ ਹੋ ਚੁੱਕਿਆ। ਹੁਣ ਹੱਕ ਸੁਭਾ ਦਾ ਜਿਹੜਾ ਲਾਅ ਹੈਗਾ ਨਹੀਂ ਹੈਗਾ। ਨਹੀਂ ਤਾਂ ਪਹਿਲਾਂ ਹੁੰਦਾ ਸੀਗਾ ਵੀ ਜੇ ਕੋਈ ਪ੍ਰਾਪਰਟੀ ਕੋਈ ਸੇਲ ਕਰਦਾ ਸੀਗਾ, ਠੀਕ ਹੈ, ਆਪਣੀ ਫੈਮਿਲੀ ਤੋਂ ਬਾਹਰ ਸੇਲ ਕਰਦਾ ਸੀਗਾ ਤਾਂ ਉਹਦੇ ਭੈਣ ਭਰਾ ਮਤਲਬ ਕਿ ਹੱਕ ਸੁਭਾ ਦਾ ਦਾਅਵਾ ਪਾ ਕੇ ਜਿਹੜੀ ਪ੍ਰਾਪਰਟੀ ਸੀ ਵਾਪਸ ਲੈ ਸਕਦੇ ਸੀਗੇ। necessity of restricting credit basis of the Punjab Alienation of Land Act। ਇਹ ਐਕਟ ਵੀ ਬਣਾਇਆ ਗਿਆ। restrictions on the sale ਮੇਨ ਇਹੀ ਸੀਗਾ ਵੀ ਜਿਹੜੇ ਕਰਜ਼ਈ ਕਿਸਾਨ ਹੁੰਦੇ ਸੀਗੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਸੇਲ ਨਾ ਹੋ ਸਕੇ, ਉਹਦੇ ਉੱਪਰ ਰਿਸਟ੍ਰਿਕਸ਼ਨਾਂ ਲਗਾਈਆਂ ਗਈਆਂ। The position was at last accepted that
root of evil was to be found in the inflation of the present owner's credit, and that the only hope of checking it lay in the lessening his powers of borrowing by imposing legal restrictions of the sale and mortgage। ਇਸ ਐਕਟ ਦੇ ਤਹਿਤ ਲੀਗਲ ਰਿਸਟ੍ਰਿਕਸ਼ਨ ਲਗਾਈਆਂ ਗਈਆਂ ਵੀ ਕੋਈ ਵਿਅਕਤੀ ਜੇ ਸੇਲ ਕਰ ਸਕਦਾ ਤਾਂ ਕਿਹਨੂੰ ਕਰ ਸਕਦਾ ਹੈ, ਜੇ ਮੌਰਗੇਜ ਕਰ ਸਕਦਾ ਤਾਂ ਕਿਸ ਨੂੰ ਕਰ ਸਕਦਾ ਹੈਗਾ। ਫਿਰ ਅੱਗੇ ਕਲਾਸੀਫਿਕੇਸ਼ਨ ਆਫ ਮੇਜਰਸ ਟੇਕਨ ਐਟ ਡਿਫਰੈਂਟ ਟਾਈਮਸ ਟੂ ਪ੍ਰੋਟੈਕਟ ਦਾ ਲੈਂਡ ਓਨਰਸ। ਮਤਲਬ ਮੇਨ ਇਹੀ ਸੀਗਾ ਵੀ ਲੈਂਡ ਓਨਰਸ ਨੂੰ ਪ੍ਰੋਟੈਕਟ ਕਿਵੇਂ ਕੀਤਾ ਜਾਵੇ। ਇਹਦੇ ਲਈ ਦਾ ਮੇਜਰਸ ਟੇਕਨ ਐਟ ਵੇਰੀਅਸ ਟਾਈਮਸ ਫਾਰ ਦਾ ਪ੍ਰੋਟੈਕਸ਼ਨ ਆਫ ਦਾ ਲੈਂਡ ਓਨਰਸ ਆਫ ਦਾ ਪੰਜਾਬ ਮੇ ਬੀ ਕਲਾਸ ਅੰਡਰ ਦਾ ਹੈਡਸ। ਇਹ ਕੁਛ ਮਤਲਬ ਕਿ ਲੀਗਲ ਜਿਹੜੇ ਹੈਗੇ ਨੇ ਲਾਅ ਬਣਾਏ ਗਏ। ਪ੍ਰੈਮਪਸ਼ਨ ਪਹਿਲਾਂ ਸੀਗਾ ਲੀਗਲ ਇਨਫੋਰਸਮੈਂਟ ਆਫ ਦਾ ਕਸਟਮ ਆਫ ਪ੍ਰੈਮਪਸ਼ਨ। ਹੱਕ ਸੁਫਾ ਜਿਹਨੂੰ ਕਿਹਾ ਜਾਂਦਾ ਹੈ, ਜੇ ਕੋਈ ਵਿਅਕਤੀ ਸੇਲ ਕਰਦਾ ਸੀ ਆਪਣੀ ਲੈਂਡ ਨੂੰ ਤਾਂ ਹੱਕ ਸੁਫੇ ਦਾ ਅਧਿਕਾਰ ਸੀ ਦੂਜੇ ਮਾਲਕਾਂ ਨੂੰ, ਦੂਜੇ ਹਿੱਸੇਦਾਰਾਂ ਨੂੰ, ਭੈਣ ਭਰਾਵਾਂ ਨੂੰ ਬਲੱਡ ਰਿਲੇਸ਼ਨ ਦੇ ਵਿੱਚੋਂ ਕੋਈ ਵੀ ਜਿਹੜਾ ਹੱਕ ਸੁਫਾ ਦਾ ਜਿਹੜਾ ਦਾਵਾ ਸੀ ਸਿਵਲ ਕੋਰਟ ਦੀ ਦਾਇਰ ਕਰਕੇ ਜਿਹੜੀ ਪ੍ਰਾਪਰਟੀ ਸੀ ਉਹ ਆਪਣੇ ਵਾਪਸ ਲੈ ਸਕਦਾ ਸੀਗਾ ਪਰਚੇਜ਼ਰ ਤੋਂ। ਸੈਕੰਡ ਸੀਗਾ ਦ ਰਿਸਟ੍ਰਿਕਸ਼ਨਸ ਆਫ ਟ੍ਰਾਂਸਫਰ ਬਾਈ ਲੈਂਡ ਓਨਰਸ ਬਿਲੋਂਗਿੰਗ ਟੂ ਦਾ ਐਗਰੀਕਲਚਰਲ ਟ੍ਰਾਈਬਸ। ਐਗਰੀਕਲਚਰ ਟ੍ਰਾਈਬਸ ਕੁਛ ਹੁੰਦੀਆਂ ਸੀਗੀਆਂ ਜਿਨ੍ਹਾਂ ਨੂੰ the restrictions of transfer of landowners belonging to the agriculture tribes। ਐਗਰੀਕਲਚਰ ਟ੍ਰਾਈਬਸ ਨੂੰ ਵੀ ਪ੍ਰਾਪਰਟੀ ਜਿਹੜੀ ਹੈਗੀ ਸੀ ਟ੍ਰਾਂਸਫਰ ਕਰਨ ਤੇ ਕੁਝ ਰਿਸਟ੍ਰਿਕਸ਼ਨ ਲੱਗੀਆਂ ਹੋਈਆਂ ਸੀਗੀਆਂ। ਉਹ ਜਿਹੜੀ ਰਿਸਟ੍ਰਿਕਸ਼ਨ ਕੀ ਸੀਗੀਆਂ ਤਾਂ ਕਮਿਸ਼ਨਰ ਤੋਂ, ਡਿਪਟੀ ਕਮਿਸ਼ਨਰ ਤੋਂ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਸੀ ਸੇਲ ਕਰਨ ਤੋਂ ਪਹਿਲਾਂ, ਪਰਚੇਜ ਕਰਨ ਤੋਂ ਪਹਿਲਾਂ। the exemption from sale in execution of a degree of land and other property of hereditary agriculturists। ਕਿਸੇ ਵੀ ਜਿਹੜੇ ਐਗਰੀਕਲਚਰ ਸੀ ਉਹਦੀ ਪ੍ਰਾਪਰਟੀ ਜਿਹੜੀ ਸੇਲ ਕਰ ਕੋਈ ਡਿਗਰੀ ਕੋਈ ਹੁੰਦਾ ਸੀ, ਕੋਈ ਦਾਵਾ ਹੁੰਦਾ ਸੀਗਾ, ਕੋਈ ਐਗਜੀਕਿਊਸ਼ਨ ਕਰਨ ਦੇ ਖਾਤਰ ਜਦੋਂ ਕੋਈ ਪ੍ਰਾਪਰਟੀ ਜਿਹੜੀ ਹੈਗੀ ਸੀ ਸੇਲ ਕੀਤੀ ਜਾਂਦੀ ਸੀ ਡਿਗਰੀ ਦੇ ਵਿੱਚ ਤਾਂ ਫਿਰ ਕੁਛ ਉਹਦੇ ਤੇ ਵੀ ਕੁਛ ਰਿਸਟ੍ਰਿਕਸ਼ਨਸ ਹੈਗੀਆਂ ਸੀ। ਹੈਰੀਡਿਟਰੀ ਐਗਰੀਕਲਚਰ ਜਿਹੜੇ ਹੈਗੇ ਸੀ ਉਹ ਪ੍ਰਾਪਰਟੀ ਨੂੰ ਐਗਜ਼ੈਂਪਟ ਕੀਤਾ ਗਿਆ ਸੀਗਾ। ਨੈਕਸਟ ਹੈਗਾ ਰੂਲ 16 ਪ੍ਰੀਐਮਪਸ਼ਨ ਇਟਸ ਨੇਚਰ। ਪ੍ਰੀਐਮਪਸ਼ਨ ਉਹੀ ਆਪਾਂ ਗੱਲ ਕਰ ਰਹੇ ਹਾਂ ਵੀ ਹੱਕ ਸੂਬੇ ਦੀ ਗੱਲ ਕੀਤੀ ਗਈ ਹੈ। ਟ੍ਰਾਈਬਲ ਆਫ ਦਾ ਪੰਜਾਬ ਦੀ ਬੁੱਕ ਲਿਖੀ ਹੈ, ਰਾਓ ਰੈਡੀਕਨਸ ਵੱਲੋਂ ਬੁੱਕ ਲਿਖੀ ਗਈ ਹੈ। ਉਹਦੇ ਵਿੱਚ ਦੱਸਿਆ ਗਿਆ ਵੀ ਜਿਹੜਾ ਲਾਅ ਸੀਗਾ ਕੋਈ ਜ਼ਿਆਦਾ ਵਧੀਆ ਨਹੀਂ ਕਿਹਾ ਗਿਆ ਉਹਦੇ ਵਿੱਚ। I think that this is quite an erroneous view that preemption is merely a corollary of the general principles of regulating the succession and power of the disposal of the land. In these matters, the holder of the state for time being is subject, generally speaking, to control the group of the agnates। ਮਤਲਬ ਜਿਹੜੇ ਐਗਨੇਟਸ ਹੁੰਦੇ ਸੀ ਉਹਦੇ ਦਾਦੇ ਪੜਦਾਦੇ ਜਾਂ ਉਹਨਾਂ ਦੇ ਕੋਈ ਵਾਰਸ ਜਿਹੜੇ ਹੈਗੇ ਸੀ ਪ੍ਰਾਪਰਟੀ ਨੂੰ who would naturally succeed। ਜੇ ਉਹਦਾ ਕੋਈ ਵਾਰਸ ਨਾ ਹੁੰਦਾ, ਕੋਈ ਵਿਅਕਤੀ ਦੀ ਡੈਥ ਹੋ ਜਾਂਦੀ ਹੈ, ਉਹਦਾ ਕੋਈ ਵਾਰਸ ਨਹੀਂ ਹੈਗਾ, ਠੀਕ ਹੈ, ਤਾਂ ਪ੍ਰਾਪਰਟੀ ਨੂੰ ਐਜ਼ ਪਰ ਸਕਸੈਸ਼ਨ ਐਕਟ ਕੌਣ ਸੁਕਸੀਡ ਕਰਦਾ ਸੀ, ਕੌਣ ਪ੍ਰਾਪਰਟੀ ਲੈ ਸਕਦਾ ਸੀਗਾ, ਉਹਨਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਸੀ ਇਹ ਹੱਕ ਸੁਬਾ ਕਰਨ ਦਾ ਅਧਿਕਾਰ ਹੁੰਦਾ ਸੀਗਾ। ਨੈਕਸਟ ਹੈ ਐਂਟਰੀਜ਼। ਰੂਲ ਨੰਬਰ 18 ਕਿਹਾ ਐਂਟਰੀਜ਼ ਇਨ ਦਾ ਵਿਲੇਜ ਐਡਮਿਨਿਸਟ੍ਰੇਸ਼ਨ ਪੇਪਰਸ। ਵਿਲੇਜ ਐਡਮਿਨਿਸਟ੍ਰੇਸ਼ਨ ਪੇਪਰਸ ਕਿਹਨੂੰ ਕਿਹਾ ਜਾਂਦਾ, ਆਪਾਂ ਜਿਹਨੂੰ ਕਹਿੰਦੇ ਆ ਵਾਜ਼ੁਲ ਅਰਜ਼। ਵਾਜ਼ੁਲ ਅਰਜ਼ ਦੇ ਵਿੱਚ ਕੀ ਹੈ, ਪਿੰਡ ਦੇ ਰੀਤੀ ਰਿਵਾਜ, ਕਸਟਮਸ ਵਗੈਰਾ ਦਰਜ ਕੀਤੇ ਜਾਂਦੇ। ਜੇ ਕੋਈ ਪ੍ਰਾਪਰਟੀ ਸੇਲ ਕਰਦਾ ਤਾਂ ਕਿਹਨੂੰ ਸੇਲ ਕਰ ਸਕਦਾ ਹੈਗਾ, ਜੇ ਮੌਰਗੇਜ ਕਰਦਾ ਤਾਂ ਕਿਸ ਨੂੰ ਮੌਰਗੇਜ ਕਰ ਸਕਦਾ, ਤਾਂ ਮੌਰਗੇਜ ਦੀਆਂ ਕੀ ਕੀ ਕੰਡੀਸ਼ਨਸ ਹੋ ਸਕਦੀਆਂ ਨੇ, ਠੀਕ ਹੈ। ਉਹ ਇੱਕ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਸੰਵਿਧਾਨ ਹੁੰਦਾ ਸੀ, ਕੰਸਟੀਟਿਊਸ਼ਨ ਹੁੰਦਾ ਸੀ, ਲਾਅ ਹੁੰਦਾ ਸੀਗਾ, ਉਹਦੇ ਮੁਤਾਬਕ ਹੀ ਜਿਹੜੀਆਂ ਅਗਲੀਆਂ ਕਾਰਵਾਈਆਂ ਜਿਹੜੀਆਂ ਚੱਲਦੀਆਂ ਸੀਗੀਆਂ ਉਹ ਕੀਤੀਆਂ ਜਾਂਦੀਆਂ ਸੀਗੀਆਂ। Next है right restricted by the civil courts to early judgments of the chief court of preemption। The court held that the right did not extend to usufructory mortgage। usufructory mortgage ਆਪਾਂ ਅੱਗੇ ਜਾ ਕੇ ਪੜ੍ਹਦੇ ਹਾਂ ਕੀ ਹੁੰਦੀ ਆ, ਉਹਦੇ ਵਿੱਚ ਵੀ ਜਿਹੜੀ ਕੁਝ ਸਿਵਲ ਕੋਰਟਾਂ ਨੂੰ ਵੀ ਕੁਝ ਜਿਹੜੇ ਹੈਗੀ ਆ ਸਿਵਲ ਕੋਰਟਾਂ ਦੇ ਰਾਈਟਸ restricted by the civil courts not extend to the usufructory mortgage। ਜਿਹੜਾ ਇਹ ਪ੍ਰੀਐਮਪਸ਼ਨ ਦਾ ਜਿਹੜਾ ਲਾਅ ਸੀਗਾ, ਪ੍ਰੀਐਮਪਸ਼ਨ ਦਾ ਜਿਹੜਾ ਲਾਅ ਸੀਗਾ ਇਹ ਜਾਨੀ ਕਿ ਯੂਜ਼ੂਫਰੈਕਟਰੀ ਮੌਰਗੇਜ ਉੱਪਰ ਲਾਗੂ ਨਹੀਂ ਸੀ ਹੁੰਦਾ, ਇਹ ਦੱਸਿਆ ਗਿਆ ਇਹਦੇ ਵਿੱਚ। ਐਕਟ ਜਿਹੜਾ ਐਕਟ ਸੀਗਾ ਪੰਜਾਬ ਐਕਟ
1872 ਇਹਦੀਆਂ ਕੁਝ ਪ੍ਰੋਵੀਜ਼ਨ ਸੀਗੀਆਂ ਜਿਹਦੇ ਵਿੱਚ ਕਿਹਾ ਗਿਆ the same limitation of the right as regards the transaction in respect of which it exists and the same extension of it as regards the persons who may claim to exercise it were unfortunately embodied in the section of the Punjab Law Act 1872 which deal with the preemption ਨੂੰ deal ਕਰਦਾ ਹੈਗਾ ਇਹ that the right arises in the case of the sales under a decree of otherwise foreclosure of the mortgage. ਇਹ ਦੱਸਿਆ ਗਿਆ ਜਿਹੜੇ ਪਿੰਡ ਦੀਆਂ ਆਬਾਦੀ ਹੁੰਦੀ ਸੀ ਵਿਲੇਜ ਸਾਈਟਸ ਐਂਡ ਹਾਊਸਸ ਐਂਡ ਲੈਂਡਸ ਵਿਦਿਨ ਦਾ ਵਿਲੇਜ ਬਾਉਂਡਰੀ ਟ੍ਰਾਂਸਫਰ ਰਾਈਟਸ ਆਫ ਦਾ ਆਕੂਪੈਂਸੀ ਇਹਦੇ ਉੱਪਰ ਜਿਹੜੇ ਕੁਝ ਮਤਲਬ ਕਿ ਲੀਗਲ ਸੀਗਾ ਵੀ ਇਹਨਾਂ ਪ੍ਰਾਪਰਟੀਆਂ ਨੂੰ ਕਿਸੇ ਡਿਗਰੀ ਦੇ ਵਿੱਚ ਕੋਰਟ ਦੇ ਵਿੱਚ ਸੇਲ ਨਹੀਂ ਸੀ ਕੀਤਾ ਜਾ ਸਕਦਾ ਜਾਂ ਇਹਨੂੰ ਕੋਈ ਵਿਅਕਤੀ ਟ੍ਰਾਂਸਫਰ ਨਹੀਂ ਸੀ ਕਰ ਸਕਦਾ ਇਨ ਦਾ ਐਬਸੈਂਸ ਆਫ ਕਸਟਮ ਟੂ ਦਾ ਕੰਟਰੀ ਦਾ ਰਾਈਟ ਵਾਸ ਡਿਕਲੇਅਰ ਟੂ ਬਿਲੋਂਗ ਟੂ ਦਾ ਫੋਲੋਇੰਗ ਪਰਸਨਸ ਇਨ ਦਾ ਆਰਡਰ ਜੇ ਕੋਈ ਸੇਲ ਕਰਦਾ ਸੀ ਕੋਈ ਪ੍ਰਾਪਰਟੀ ਆਪਣੀ ਤਾਂ ਇਹ ਜਿਹੜੇ ਇੱਕ ਦਿਖਾਇਆ ਗਿਆ ਵੀ ਇਹਨਾਂ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਰਾਈਟ ਸੀਗਾ ਵੀ ਉਹ ਪਰਚੇਜ ਕਰ ਸਕਦੇ ਸੀਗੇ ਪ੍ਰੈਮਪਸ਼ਨ ਐਕਟ ਦੇ ਤਹਿਤ ਫਸਟ ਇਨ ਦਾ ਕੇਸ ਆਫ ਜੁਆਇੰਟ ਅਨਡਿਵਾਈਡਡ ਇਮੂਵੇਬਲ ਪ੍ਰਾਪਰਟੀ ਟੂ ਦਾ ਕੋ-ਸ਼ੇਅਰਰਸ ਜੇ ਕੋਈ ਕੋ-ਸ਼ੇਅਰਰ ਹੁੰਦਾ ਸੀਗਾ ਤਾਂ ਉਹ ਜੇ ਕੋਈ ਜੁਆਇੰਟ ਪ੍ਰਾਪਰਟੀ ਸੀ ਸਾਂਝੀ ਹਿੱਸੇਦਾਰੀ ਦੀ ਕੋਈ ਪ੍ਰਾਪਰਟੀ ਸੇਲ ਕਰਦਾ ਸੀਗਾ ਤਾਂ ਪ੍ਰੈਮਪਸ਼ਨ ਐਕਟ ਦੇ ਤਹਿਤ ਕੋਈ ਵੀ ਜਿਹੜਾ ਸ਼ੇਅਰ ਹੋਲਡਰ ਸੀਗਾ ਉਹ ਕੋਰਟ ਜਾ ਸਕਦਾ ਸੀਗਾ ਸੈਕੰਡਲੀ ਇੰਸੈਸਟਰਲ ਸ਼ੇਅਰਰਸ ਦਾ ਕੋ-ਸ਼ੇਅਰ ਕੋਈ ਬਜ਼ੁਰਗ ਸੀਗਾ ਉਸ ਪ੍ਰਾਪਰਟੀ ਦੇ ਵਿੱਚ ਉਸ ਲੈਂਡ ਦਾ ਕੋਈ ਬਜ਼ੁਰਗ ਸੀਗਾ ਐਂਸੈਸਟਰਲ ਉਹ ਵੀ ਮਤਲਬ ਕਿ ਪ੍ਰਾਪਰਟੀ ਪਰਚੇਜ ਕੀਤਾ ਕਰ ਸਕਦਾ ਸੀਗਾ ਵੀ ਪਹਿਲਾਂ ਮੇਰਾ ਰਾਈਟ ਬਣਦਾ ਹੈਗਾ in the village in order of their relationship to the vendor or mortgager ਜੇ ਕੋਈ ਪ੍ਰਾਪਰਟੀ ਵੈਂਡਰ ਸੇਲ ਕਰਦਾ ਹੈ ਜਾਂ ਮੌਰਗੇਜ ਕਰਦਾ ਹੈਗਾ ਤਾਂ ਪਹਿਲਾਂ ਮੇਰਾ ਰਾਈਟ ਬਣਦਾ ਮੈਂ ਲੈ ਸਕਦਾ ਠੀਕ ਹੈ ਥਰਡ ਪਰਸਨ ਬਾਅਦ ਵਿੱਚ ਮਤਲਬ ਕਿ ਇੰਟਾਈਟਲਮੈਂਟ ਉਹਦੀ ਬਣਦੀ ਹੈਗੀ ਹੈ ਥਰਡਲੀ ਕੀ ਹੈ ਦਾ ਨੋ ਇਫ ਨੋ ਕੋ-ਸ਼ੇਅਰਰ ਔਰ ਰਿਲੇਸ਼ਨ ਜੇ ਕੋਈ ਰਿਲੇਸ਼ਨ ਜਾਂ ਕੋ-ਸ਼ੇਅਰਰ ਦਾ ਵਿਅਕਤੀ ਜਿਹੜਾ ਵੈਂਡਰ ਦਾ ਸੀਗਾ ਉਹ ਕਲੇਮ ਨਹੀਂ ਸੀ ਕਰਦਾ ਤਾਂ ਇਹ ਜਿਹੜਾ ਰਾਈਟ ਸੀਗਾ ਕੌਣ ਕਲੇਮ ਕਰਦਾ ਸੀਗਾ ਟੂ ਦਾ ਲੈਂਡ ਓਨਰਸ ਆਫ ਦਾ ਪੱਤੀ ਉਸ ਪਿੰਡ ਦੀ ਜਿਹੜੀ ਪੱਤੀ ਸੀਗੀ ਠੀਕ ਹੈ ਜਿਵੇਂ ਪਿੰਡ ਪੱਤੀਦਾਰੀ ਸਿਸਟਮ 'ਚ ਵੰਡੇ ਹੋਏ ਹੁੰਦੇ ਨੇ ਉਸ ਪੱਤੀ ਦਾ ਕੋਈ ਵੀ ਪੱਤੀਦਾਰ ਮੈਂਬਰ ਪੱਤੀ ਦਾ ਕੋਈ ਵੀ ਮਾਲਕ ਜਿਹੜਾ ਹੈਗਾ ਸੀਗਾ ਉਹ ਕਲੇਮ ਕਰ ਸਕਦਾ ਸੀ ਪਹਿਲਾ ਰਾਈਟ ਮੇਰਾ ਬਣਦਾ ਹੈ ਇਹ ਪ੍ਰਾਪਰਟੀ ਖਰੀਦਣ ਦਾ ਜਾਂ ਗਹਿਣੇ ਲੈਣ ਦਾ ਮੈਂ ਹੱਕਦਾਰ ਹੈਗਾ ਫਿਰ ਚੌਥੇ ਨੰਬਰ ਤੇ ਕੀ ਸੀਗਾ ਜੇ ਕੋਈ ਪੱਤੀਦਾਰ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਕੋ-ਸ਼ੇਅਰਰ ਨਹੀਂ ਹੁੰਦਾ ਤਾਂ ਇਫ ਦਾ ਲੈਂਡ ਓਨਰ ਆਫ ਦਾ ਪੱਤੀ ਔਰ ਅਦਰ ਸਬ ਡਿਵੀਜ਼ਨ ਮੇਕ no joint claim to exercise such right to such landholders severally ਕੁਝ ਹੋਰ ਪਿੰਡ ਦੇ ਜਿਹੜੇ ਲੈਂਡ ਹੋਲਡਰ ਸੀਗੇ ਉਹ ਵੀ ਜ਼ਮੀਨ ਨੂੰ ਲੈਣ ਦੇ ਹੱਕਦਾਰ ਬਣ ਜਾਂਦੇ ਸੀ ਫਿਫਥਲੀ ਲੈਂਡ ਹੋਲਡਰਸ ਆਫ ਦਾ ਵਿਲੇਜ ਉਹ ਪਹਿਲਾਂ ਪੱਤੀ ਦੇ ਲੈਂਡ ਹੋਲਡਰਾਂ ਦੀ ਗੱਲ ਕੀਤੀ ਗਈ ਹੈ ਹੁਣ ਪਿੰਡ ਦੇ ਲੈਂਡ ਹੋਲਡਰ ਦੀ ਗੱਲ ਕੀਤੀ ਗਈ ਹੈ ਮਤਲਬ ਕਹਿਣ ਦਾ ਭਾਵ ਇਹ ਸੀ ਵੀ ਜਿਹੜੀ ਜ਼ਮੀਨ ਕੋਈ ਸੇਲ ਕਰਦਾ ਹੈ ਤਾਂ ਬਾਹਰਲੇ ਥਰਡ ਪਰਸਨ ਕੋਈ ਬਾਹਰਲੇ ਕਿਸੇ ਹੋਰ ਪਿੰਡ ਦਾ ਵਿਅਕਤੀ ਲੈਣ ਦਾ ਹੱਕਦਾਰ ਨਹੀਂ ਸੀ ਹੁੰਦਾ ਬਹੁਤ ਸਾਰੀਆਂ ਸੈਕਸ਼ਨਸ ਲਗਾਈਆਂ ਗਈਆਂ ਸੀ ਇਦਾਂ ਦੀਆਂ ਸਿਕਸਥਲੀ ਟੇਨੈਂਟਸ ਇਫ ਐਨੀ ਵਿਦ ਰਾਈਟ ਆਫ ਆਕੂਪੈਂਸੀ ਉਹ ਆਪਾਂ ਪਹਿਲਾਂ ਹੀ ਪੜ੍ਹ ਕੇ ਆ ਵੀ ਜਿਹੜਾ ਰਾਈਟ ਆਫ ਆਕੂਪੈਂਸੀ ਜਿਹੜਾ ਟੇਨੈਂਟ ਹੈਗਾ ਉਹਦਾ ਵੀ ਰਾਈਟ ਬਣਦਾ ਸੀ ਉਹ ਵੀ ਕਲੇਮ ਕਰ ਸਕਦਾ ਵੀ ਮੇਰਾ ਰਾਈਟ ਇਸ ਤੋਂ ਪਹਿਲਾਂ ਬਣਦਾ ਹੈ ਫਿਰ ਹੈਗਾ ਦਾ ਟੂ ਦਾ ਟੇਨੈਂਟਸ ਇਫ ਐਨੀ ਵਿਦ ਰਾਈਟ ਆਫ ਆਕੂਪੈਂਸੀ ਇਨ ਦਾ ਵਿਲੇਜ ਪਿੰਡ ਦੇ ਵਿੱਚ ਕੋਈ ਹੋਰ ਵੀ ਕੋਈ ਟੇਨੈਂਟ ਹੁੰਦਾ ਸੀਗਾ ਜਿਹਦੇ ਰਾਈਟ ਆਕੂਪੈਂਸੀ ਰਾਈਟਸ ਹੁੰਦੇ ਸੀ ਉਹ ਵੀ ਕਲੇਮ ਕਰ ਸਕਦਾ ਸੀ ਮੈਂ ਇਹ ਪ੍ਰਾਪਰਟੀ ਪਰਚੇਜ ਕਰ ਸਕਦਾ ਕਾਫੀ ਸਾਰੀਆਂ ਇਦਾਂ ਦੀਆਂ ਸੈਕਸ਼ਨਸ ਲੱਗੀਆਂ ਹੋਈਆਂ ਸੀਗੀਆਂ ਜਦੋਂ ਇਹਦਾ ਕਾਰਨ ਇਹੀ ਸੀਗਾ ਵੀ ਜਿਹੜੇ ਲੈਂਡ ਓਨਰਸ ਹੈਗੇ ਨੇ ਉਹਨਾਂ ਦੀ ਜ਼ਮੀਨ ਨੂੰ ਬਚਾ ਕੇ ਰੱਖਿਆ ਜਾ ਸਕੇ ਮੇਨ ਕਾਰਨ ਇਹੀ ਸੀਗਾ ਜਿੱਥੇ ਕਿਤੇ ਦੋ ਜਾਂ ਦੋ ਤੋਂ ਵੱਧ ਵਿਅਕਤੀ ਹੈਗੇ ਸੀ ਇਕੁਅਲੀ ਇੰਟਾਈਟਲ ਟੂ ਪ੍ਰੀਐਮਪਸ਼ਨ ਦੋਹਾਂ ਦਾ ਰਾਈਟ ਬਣਦਾ ਸੀ ਮੈਂ ਵੀ ਉਹਦਾ ਵੀ ਹੱਕ ਸੁਵਿਧਾ ਅਧਿਕਾਰ ਬਣਦਾ ਸੀ ਉਹਦਾ ਵੀ ਹੱਕ ਸੁਵਿਧਾ ਅਧਿਕਾਰ ਬਣਦਾ ਸੀਗਾ ਤਾਂ ਵੈਂਡਰ ਔਰ ਦਾ ਮੌਰਗੇਜਰ ਮਾਈਟ ਡਿਟਰਮਿਨ ਵਿਚ ਆਫ them should exercise ਤਾਂ ਇੱਥੇ ਆ ਕੇ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਸੀ ਜਿਹੜਾ ਮਾਲਕ ਸੀਗਾ ਵੀ ਕਿਹਨੂੰ ਮੈਂ ਦੇਣਾ ਹੈਗਾ ਇਹ ਪ੍ਰਾਪਰਟੀ ਕੌਣ ਲੈਣ ਦਾ ਹੱਕਦਾਰ ਬਣਦਾ ਹੈ ਉਹ ਚੁਆਇਸ ਕਰਦਾ ਸੀਗਾ ਮੈਂਬਰ ਆਫ ਐਗਰੀਕਲਚਰ ਟ੍ਰਾਈਬਸ ਐਂਡ ਐਗਰੀਕਲਚਰਿਸਟ a provision of the act which will deal with the temporary alienation only recognize two classes of the persons ਦੋ ਪਰਸਨਸ ਨੂੰ ਦੋ ਤਰ੍ਹਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਹੀ ਜਿਹੜੀ ਟੈਂਪਰੇਰੀ ਅਲਾਈਨੇਸ਼ਨ ਕੀਤੀ ਜਾ ਸਕਦੀ ਸੀ ਕਿਹੜੇ those who are the members of the agriculture tribes ਦੂਸਰੇ those who are not the member of agriculture tribes upon the later no sections of any kind are imposed those relating to the
permanent transfer originally introduced third class types as the agriculturists। ਇਹ ਕੁਝ ਕਲਾਸਿਸ ਸੀਗੀਆਂ ਜਿਨ੍ਹਾਂ ਨੂੰ ਜਿਹੜੀ ਪ੍ਰੋਪਰਟੀ ਟੈਂਪਰੇਰੀ ਤੌਰ ਤੇ ਮਤਲਬ ਕਿ ਦਿੱਤੀ ਜਾ ਸਕਦੀ ਸੀਗੀ ਨੋਟੀਫਿਕੇਸ਼ਨ ਟਾਈਪ। ਐਗਰੀਕਲਚਰ ਦੀ ਡੈਫੀਨੇਸ਼ਨ ਦਿੱਤੀ ਗਈ ਹੈ। ਐਗਰੀਕਲਚਰਿਸਟ ਕਿਹਨੂੰ ਕਿਹਾ ਜਾਂਦਾ? ਆਪਾਂ ਨੂੰ ਪਤਾ ਹੀ ਸਾਨੂੰ ਜਿਹੜਾ ਖੇਤੀਬਾੜੀ ਕਰਦਾ ਹੈ, a person holding agriculture land who either in his own name or in the name of his ancestor in the male line was called as a owner of the land, ਉਸ ਨੂੰ ਕਿਹਾ ਜਾਂਦਾ ਸੀਗਾ ਐਗਰੀਕਲਚਰਿਸਟ। ਫਿਰ ਰਿਸਟ੍ਰਿਕਸ਼ਨਸ ਔਨ ਦਾ ਸੇਲ, ਹੋਰ ਕਿਹੜੀਆਂ ਕਿਹੜੀਆਂ ਰਿਸਟ੍ਰਿਕਸ਼ਨਸ ਸੀਗੀਆਂ? there are no restrictions on the purchase of land but only on its sale। ਜਿਹੜੇ ਕਿਸਾਨ ਸੀ ਉਹ ਪਰਚੇਜ ਤਾਂ ਕਰ ਸਕਦੇ ਸੀ ਲੈਂਡ, ਪਰ ਸੇਲ ਕਰਨ ਦੇ ਰਿਸਟ੍ਰਿਕਸ਼ਨ ਸੀਗੀਆਂ। ਸੇਲ ਕਰਨ ਦੇ ਰਿਸਟ੍ਰਿਕਸ਼ਨ ਕੀ ਸੀਗੀ? ਜੇ ਕੋਈ ਪ੍ਰਾਪਰਟੀ ਕਿਸੇ ਨੇ ਸੇਲ ਕਰਨੀ ਸੀਗੀ ਤਾਂ ਉਹਦਾ ਦੱਸਦਾ ਸੀਗਾ, ਡਿਪਟੀ ਕਮਿਸ਼ਨਰ ਕੋਲ ਅਰਜ਼ੀ ਦਿੰਦਾ ਸੀਗਾ, ਦੱਸਦਾ ਸੀ ਵੀ ਮੈਨੂੰ ਕਿਉਂ ਜ਼ਰੂਰਤ ਹੈ ਪੈਸੇ ਦੀ, ਮੈਂ ਕਿਉਂ ਪ੍ਰਾਪਰਟੀ ਸੇਲ ਕਰ ਰਿਹਾ, ਜਾਂ ਮੈਂ ਇਹ ਪ੍ਰਾਪਰਟੀ ਵੇਚ ਕੇ ਕਿਤੇ ਨਾਲ ਦੀ ਪ੍ਰਾਪਰਟੀ ਪਰਚੇਜ ਕਰਨੀ ਹੈ, ਜਾਂ ਮੈਂ ਪ੍ਰਾਪਰਟੀ ਵੇਚ ਕੇ ਆਪਦਾ ਕੋਈ ਸ਼ਾਦੀ ਵਗੈਰਾ ਕਰਨੀ ਹੈ। ਠੀਕ ਹੈ, ਮਤਲਬ ਕਿ ਜਸਟੀਫਾਈ ਇਹ ਹੁੰਦਾ ਸੀਗਾ ਡਿਪਟੀ ਕਮਿਸ਼ਨਰ ਨੂੰ, ਤਾਂ ਉਹਦੀ ਪਰਮਿਸ਼ਨ ਦਿੱਤੀ ਜਾਂਦੀ ਸੀਗੀ। ਰਿਫਿਊਜ਼ ਵੀ ਕੀਤੀ ਜਾ ਸਕਦੀ ਸੀ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਸੇਲ ਸੀਗੀ ਪਰਮਿਸ਼ਨ। Now, members of the agriculture tribes have therefore, with these exceptions, full powers of selling and buying inter-se within the limits of the district। inter-se purchase ਕਰ ਸਕਦੇ ਸੀ, ਸੇਲ ਵੀ ਕਰ ਸਕਦੇ ਸੀ ਇੱਕ ਦੂਜੇ ਨੂੰ। ਐਗਰੀਕਲਚਰ ਟ੍ਰਾਈਬਸ ਜਿਹੜੀਆਂ ਸੀਗੀਆਂ। Order sanctioning sale does not affect rights of the reversions। The executive order by which a deputy commissioner sanctions a sale in no way affects and right which reversions or other have to contest the validity of the transfer by the legal proceedings। claim of preemption, ਜੇ ਕਿਤੇ ਡੀਸੀ ਵੱਲੋਂ ਪਰਮਿਸ਼ਨ ਦਿੱਤੀ ਜਾਂਦੀ ਸੀਗੀ ਪਰ ਫਿਰ ਵੀ ਜੇ ਕੋਈ ਕਲੇਮ ਕਰਦਾ ਸੀ, ਪ੍ਰੈਮਪਸ਼ਨ ਹੱਕ ਸੁਭਾ ਕਲੇਮ ਕਰਦਾ ਸੀਗਾ, ਠੀਕ ਹੈ, ਉਹਦਾ ਰਾਈਟ ਜਿਹੜਾ ਹੈਗਾ ਸੀਗਾ ਆਪਦਾ ਕੋਰਟ 'ਚ ਜਾ ਕੇ ਕਲੇਮ ਕਰ ਸਕਦਾ ਸੀਗਾ। exchange gift and wills, and that has been said above, the sales applies equally to the exchange gift wills। death bed gifts to the Brahmins often known as ਧੋਲੀ, ਜਿਹੜਾ ਗਿਫਟ ਕੀਤੀਆਂ ਜਾਂਦੀਆਂ ਸੀਗੀਆਂ ਬੈਡ ਗਿਫਟਸ ਟੂ ਦ ਬ੍ਰਾਹਮਨਸ, ਉਹਨੂੰ ਕੀ ਕਹਿੰਦੇ ਸੀ? ਧੋਲੀ ਕਿਹਾ ਜਾਂਦੀ ਹੈ। ਆਰ ਨਾਟ ਯੂਜ਼ਲੀ ਰਿਗਾਰਡਡ ਐਜ਼ ਸਬਜੈਕਟ ਟੂ ਦ ਐਕਟ। ਚਲੋ ਕੁਛ ਨਹੀਂ ਹੈ। Instructions as to giving or withholding sanction to the sale। ਜੋ ਕੋਈ ਪ੍ਰਾਪਰਟੀ ਕੋਈ ਸੇਲ ਕਰਨ ਬਾਰੇ ਕੋਈ ਕਾਫੀ ਸਾਰੀਆਂ ਬਣਾਈਆਂ ਗਈਆਂ ਸੀਗੀਆਂ ਇੰਸਟਰਕਸ਼ਨਸ। ਕਿਸੇ ਦੀ ਜੇ ਕੋਈ ਇੰਸਟਰਕਸ਼ਨ ਦਿੱਤੀ ਜਾਂਦੀ ਸੀ, ਜੇ ਕੋਈ ਸੈਂਕਸ਼ਨ ਦਿੱਤੀ ਜਾਂਦੀ ਸੀ, ਉਹ ਦਿੱਤੀ ਵੀ ਜਾ ਸਕਦੀ ਸੀ, ਵਿਦਹੋਲਡ ਵੀ ਕੀਤੀ ਜਾ ਸਕਦੀ ਸੀ ਡਿਪਟੀ ਕਮਿਸ਼ਨਰ ਵੱਲੋਂ। Sanction should not be given unless the deputy commissioner is satisfied that the transfer is really advantageous to the vendor and his family। Sanction should be given if the deputy commissioner is satisfied that there is no intention of evading the act when the object of the purchase is to obtain। देखा ਜਾਂਦਾ ਸੀ ਵੀ ਇਹ ਮਤਲਬ ਕਿ ਕਾਨੂੰਨ ਦੇ ਖਿਲਾਫ ਤਾਂ ਨਹੀਂ ਕੋਈ ਪ੍ਰਾਪਰਟੀ ਆਪਣੀ ਸੇਲ ਕਰ ਰਿਹਾ। ਇਹ ਸਾਈਟ ਫॉर ए वर्कशॉप और ए फैक्ट्री और बिल्डिंग फॉर द अकोमोडेशन और वेलफेयर द पर्सन टू बी। किसी ने कोई वर्कशॉप लगानी है, किसी ने कोई फैक्ट्री लगानी है किसी व्यक्ति ने, ठीक है, ਇੱਦਾਂ ਦੇ ਜਿਹੜੇ ਕੇਸ ਸੀਗੇ ਇਹਦੇ ਵਿੱਚ ਜਿਹੜੀ ਹੈਗੀ ਸੀ ਪਰਮਿਸ਼ਨ ਦੇ ਦਿੱਤੀ ਜਾਂਦੀ ਸੀਗੀ ਫॉर द डेवलपमेंट ऑफ द फैमिली बिल्डिंग साइट क्लोज टू इट टाउन और विलेज साइट। फिर नाली किया गया सैंक्शन में भी गिवन टू एन alienation of the land
by the wealthy jimindars owning much land for the commercial reasons or to improve or consolidate their properties। ਜਿਹੜੇ ਕਿਸਾਨ ਮਤਲਬ ਕਿ ਰਿਚ ਕਿਸਾਨ ਹੁੰਦੇ ਸੀਗੇ, ਉਹਨਾਂ ਨੇ ਅੱਗੇ ਕਮਰਸ਼ੀਅਲ ਕੰਮ ਕੋਈ ਕਰਨਾ ਹੈਗਾ, ਕੋਈ ਫੈਕਟਰੀ ਲਗਾਉਣੀ ਹੈ, ਕੋਈ ਹੋਰ ਲਗਾਉਣੀ ਹੈ, ਉਸ ਪਰਪਸ ਲਈ ਜਿਹੜੀ ਪ੍ਰੋਪਰਟੀ ਆ ਉਹ ਸੇਲ ਕਰ ਸਕਦੇ ਲਈ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਸੀ ਡਿਪਟੀ ਕਮਿਸ਼ਨਰ ਵੱਲੋਂ। ਇਹ ਹੈਗਾ 38 ਰੂਲਸ ਕਿ ਮੌਰਗੇजेस ਬਾਈ ਵੇ ਆਫ ਕੰਡੀਸ਼ਨਲ ਸੇਲ ਐਬੋਲਿਸ਼ਡ। ਕੁਝ ਮੌਰਗੇਜ ਇਦਾਂ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਕੰਡੀਸ਼ਨਲ ਸੇਲ ਦੀ ਕੰਡੀਸ਼ਨ ਲਗਾ ਦਿੱਤੀ ਜਾਂਦੀ ਉਸ ਸਮੇਂ, ਤੇ ਫਿਰ ਇਸ ਨੂੰ ਐਬੋਲਿਸ਼ ਕੀਤਾ ਗਿਆ। ਸੈਕਸ਼ਨ 10 ਐਬੋਲਿਸ਼ ਕੰਡੀਸ਼ਨਲ ਸੇਲ। ਪ੍ਰੋਪਰਟੀ ਮੌਰਗੇਜ ਕੀਤੀ ਜਾਂਦੀ ਸੀ, ਮੌਰਗੇਜ ਦੇ ਵਿੱਚ ਹੀ ਨਾਂ ਲਿਖ ਲਿਆ ਜਾਂਦਾ ਸੀ ਦੋਵੇਂ ਪਾਰਟੀਆਂ ਵੱਲੋਂ ਵੀ ਜੇਕਰ ਪ੍ਰੋਪਰਟੀ ਇੰਨੇ ਸਾਲ ਦੇ ਅੰਦਰ ਅੰਦਰ ਮਤਲਬ ਕਿ ਫੱਕ ਨਾ ਕਰਾਏਗੀ ਤਾਂ ਇਹ ਸੇਲ ਸਮਝੀ ਜਾਵੇਗੀ। ਪਰ ਇਸ ਨੂੰ ਫਿਰ ਜਿਹੜਾ ਲਾਅ ਸੀਗਾ ਇਸ ਨੂੰ ਐਬੋਲਿਸ਼ ਕਰ ਦਿੱਤਾ ਗਿਆ। ਯੂਜ਼ੂਫੈਕਟਰੀ ਮੌਰਗੇਜ ਫॉर ਲਿਮਟਿਡ ਪੀਰੀਅਡ। ਜਿਹੜੀ ਇਹ ਯੂਜ਼ੂਫੈਕਟਰੀ ਮੌਰਗੇਜ ਹੁੰਦੀ ਸੀਗੀ, ਇਹਦਾ ਕੋਈ ਪੀਰੀਅਡ 20 ਸਾਲ ਤੋਂ ਜਿਹੜੀ ਹੈਗੀ ਹੈ ਵੱਧ ਸਮੇਂ ਲਈ ਨਹੀਂ ਦਿੱਤੀ ਜਾ ਸਕਦੀ। The first is a mortgage of a limited period not exceeding 20 years. All the rights of the mortgagor being suspended and rents and profits enjoyed by the mortgagee being taken as extinguishing by the end of the term। ਜਦੋਂ ਟਰਮ ਪੂਰੀ ਹੋ ਜਾਂਦੀ ਸੀ ਤਾਂ ਸਾਰੇ ਰਾਈਟਸ ਜਿਹੜੇ ਮੌਰਗੇਜੀ ਦੇ ਸੀਗੇ ਉਹ ਖਤਮ ਹੋ ਜਾਂਦੇ ਸੀਗੇ ਤੇ ਵਾਪਸ ਜਿਹੜੀ ਲੈਂਡ ਸੀਗੀ ਉਹ ਮੌਰਗੇਜਰ ਕੋਲੇ ਆ ਜਾਂਦੀ ਸੀ। ਕੋਲੈਟਰਲ ਮੌਰਗੇਜ। ਕੋਲੈਟਰਲ ਮੌਰਗੇਜ ਦੀ ਗੱਲ ਕੀਤੀ ਗਈ। ਕੋਲੈਟਰਲ ਮੌਰਗੇਜ the third form of the mortgage is a collateral one in which the mortgagor retains all the rights of the ownership। ਜਿਹੜਾ ਮੌਰਗੇਜਰ ਹੈ ਉਹਦੇ ਕੋਲ ਰਾਈਟਸ ਤਾਂ ਰਹਿੰਦੇ ਨੇ ਓਨਰਸ਼ਿਪ ਦੇ ਐਂਡ ਕਲਟੀਵੇਸ਼ਨ, ਤੇ ਜ਼ਮੀਨ ਦੀ ਖੇਤੀ ਵੀ ਉਹ ਆਪ ਹੀ ਕਰਦਾ ਹੈ। ਆ ਸਬਜੈਕਟ however to be condition that if he fails to pay the principal and interest। ਜੇਕਰ ਜ਼ਮੀਨ ਮੌਰਗੇਜ ਕੀਤੀ ਹੈ ਕਿਸੇ ਵਿਅਕਤੀ ਨੇ, ਮੌਰਗੇਜਰ ਨੇ, ਜੇ ਉਹ ਪ੍ਰਿੰਸੀਪਲ ਤੇ ਇੰਟਰਸਟ ਵਾਪਸ ਨਹੀਂ ਕਰਦਾ ਤਾਂ ਇੱਕ ਕੰਡੀਸ਼ਨ ਲਗਾ ਦਿੱਤੀ ਜਾਂਦੀ ਸੀਗੀ ਉਹਦੇ ਵਿੱਚ ਐਗਰੀਮੈਂਟ ਜਿਹੜਾ ਹੈਗਾ ਸੀਗਾ ਅਕੋਰਡਿੰਗਸ ਵਿਦ ਦਾ terms of the contract the mortgagee may apply the deputy commissioner to put him in possession of the land। ਪਹਿਲਾਂ ਜਿਹੜਾ ਕੋਲੈਟਰਲ ਮੌਰਗੇਜ ਸੀਗਾ ਉਹਦੇ ਜਿਹੜਾ ਕਬਜ਼ਾ ਰਹਿੰਦਾ ਸੀਗਾ ਮੌਰਗੇਜਰ ਦਾ ਰਹਿੰਦਾ ਸੀਗਾ, ਯਾਨੀ ਕਿ ਮਾਲਕ ਦਾ ਕਬਜ਼ਾ ਰਹਿੰਦਾ ਸੀਗਾ। ਉਹ ਮਤਲਬ ਕਿ ਮੌਰਗੇਜ ਕਰਕੇ ਇੰਟਰਸਟ ਦਿੰਦਾ ਸੀਗਾ ਜਾਂ ਪ੍ਰਿੰਸੀਪਲ ਮੋੜਦਾ ਸੀਗਾ ਆਪਣੀ ਜ਼ਮੀਨ ਦਾ। ਪਰ ਜੇਕਰ ਜਿਹੜੀ ਕੰਡੀਸ਼ਨ ਸੀਗੀ, ਜੇ ਇਹ ਕੰਡੀਸ਼ਨ ਤੋਂ ਆਪਦੀ ਤੋਂ ਫੁੱਲਫਿਲ ਨਹੀਂ ਸੀ ਕਰਦੇ, ਯਾਨੀ ਕਿ ਰੈਂਟ ਵਗੈਰਾ ਜੇਕਰ ਇੰਟਰਸਟ ਵਗੈਰਾ ਦੇਣਾ ਬੰਦ ਕਰ ਦਿੰਦਾ ਸੀਗਾ ਤਾਂ ਜਿਹੜਾ ਮੌਰਗੇਜੀ ਸੀਗਾ ਉਹ ਡਿਪਟੀ ਕਮਿਸ਼ਨਰ ਕੋਲੇ ਅਪਲਾਈ ਕਰ ਸਕਦਾ ਸੀਗਾ ਤੇ ਆਪਣੀ ਜ਼ਮੀਨ ਦਾ ਜਿਹੜਾ ਸੀਗਾ ਉਹ ਕਬਜ਼ਾ ਲੈ ਸਕਦਾ ਸੀਗਾ ਅਪਲਾਈ ਕਰਕੇ। ਦਾ ਮੌਰਗੇਜ ਦੈਨ ਬਿਕਮ ਦਾ ਕਨਵਰਟਡ ਇਨਟੂ ਯੂਜ਼ੂਫੈਕਟਰੀ ਮੌਰਗੇਜ। ਤਾਂ ਜਿਹੜੀ ਇਹ ਕੋਲੈਟਰਲ ਮੌਰਗੇਜ ਸੀਗੀ ਇਹ ਯੂਜ਼ੂਫੈਕਟਰੀ ਮੌਰਗੇਜ ਦੇ ਵਿੱਚ ਤਬਦੀਲ ਹੋ ਜਾਂਦੀ ਸੀ ਕਬਜ਼ਾ ਲੈਣ ਤੋਂ ਬਾਅਦ। Conditions which may be inherited in statutory mortgages। In these statutory mortgages, conditions may be inserted limiting the rights of the mortgagor or mortgagee in possession, cut, sell and mortgage trees। ਐਗਰੀਮੈਂਟ ਦੇ ਅਕੋਰਡਿੰਗ ਇਹ ਰਾਈਟਸ ਲਿਮਿਟਡ ਹੁੰਦੇ ਸੀ ਦੋਨਾਂ ਪਾਰਟੀਆਂ ਦੇ। ਜਿੱਥੇ ਕਿਤੇ ਦੋਨੇ ਪਾਰਟੀਆਂ ਨੇ ਕੋਈ ਮੌਰਗੇਜ ਦੀ ਵਿੱਚ ਕੰਡੀਸ਼ਨਸ ਰੱਖੀਆਂ ਹੁੰਦੀਆਂ ਸੀਗੀਆਂ, ਜੇਕਰ ਕੋਈ ਕੁਝ ਕੰਡੀਸ਼ਨਸ ਲੈਂਡਲੋਰਡ ਤੇ ਟੇਨੈਂਟ ਦੇ ਵਿਚਕਾਰ ਇੱਦਾਂ ਸੀਗੀਆਂ ਜਿਹੜੀਆਂ ਕੰਟਰੀ ਟੂ ਲਾਅ ਸੀਗੀਆਂ, ਠੀਕ ਹੈ, ਤਾਂ ਡਿਪਟੀ ਕਮਿਸ਼ਨਰ ਕੋਲ ਅਧਿਕਾਰ ਸੀਗੇ। ਜੇ ਕੋਈ ਪਾਰਟੀ ਜਾਂਦੀ ਸੀਗੀ ਤਾਂ ਜਿਹੜੀਆਂ ਕੰਡੀਸ਼ਨ ਸੀਗੀਆਂ ਉਹਨਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਚੇਂਜ ਕਰ ਦਿੱਤਾ ਜਾਂਦਾ ਸੀਗਾ। ਡਿਪਟੀ ਕਮਿਸ਼ਨਰ ਕੈਨ ਰਿਵਾਈਜ਼ ਟਰਮ ਆਫ ਦਾ ਮੌਰਗੇਜ। ਜਿਹੜੀ ਅਨਆਥੋਰਾਈਜ਼ ਮੌਰਗੇਜ ਹੁੰਦੀ ਸੀ ਉਹਦੇ ਜਿਹੜੀਆਂ ਕੰਡੀਸ਼ਨ ਸੀਗੀਆਂ, ਮਤਲਬ ਕਿ ਕੋਈ ਜ਼ਰੂਰੀ ਨਹੀਂ ਵੀ ਲੈਂਡਲੋਰਡ ਤੇ ਟੇਨੈਂਟ ਨੇ ਮਰਜ਼ੀ ਨਾਲ ਕੰਡੀਸ਼ਨ ਲਿਖੀਆਂ ਨੇ, ਪਰ ਫਿਰ ਵੀ ਡਿਪਟੀ ਕਮਿਸ਼ਨਰ ਕੋਲ ਰਾਈਟ ਸੀਗਾ ਉਸਨੂੰ ਕੰਡੀਸ਼ਨ ਨੂੰ ਚੇਂਜ ਕੀਤਾ ਜਾ ਸਕਦਾ ਸੀਗਾ। ਪ੍ਰੋਸੀਜਰ ਇਨ ਦਾ ਸੂਟਸ ਟੂ ਇਨਫੋਰਸ ਅਨਆਥੋਰਾਈਜ਼ਡ ਮੌਰਗੇਜਸ। ਜਿੱਥੇ ਕਿਤੇ ਅਨਆਥੋਰਾਈਜ਼ਡ ਮੌਰਗੇਜ ਹੁੰਦੀ ਸੀਗੀ ਤਾਂ ਉੱਥੇ ਜੇਕਰ ਕਿਤੇ ਸਿਵਲ ਕੋਰਟ ਦੇ ਵਿੱਚ ਕੋਈ ਮੁਕੱਦਮਾ ਜਾਂਦਾ ਸੀਗਾ, ਕੋਈ ਪਾਰਟੀ ਸਿਵਲ ਕੋਰਟ ਜਾਂਦੀ ਸੀ ਵੀ ਇਹ ਜਿਹੜੀ ਮੌਰਗੇਜ ਹੈ ਕੰਡੀਸ਼ਨ
ਉਸ ਵੇਲੇ ਲਗਾ ਲੀਆਂ। ਮੈਂ ਉਸ ਵੇਲੇ ਦਬਿਆ ਹੋਇਆ ਸੀ, ਅੰਡਰ ਪ੍ਰੈਸ਼ਰ ਸੀਗਾ, ਠੀਕ ਹੈ, ਮੈਨੂੰ ਮੰਨਣੀ ਪਈ ਕੰਡੀਸ਼ਨ। ਤਾਂ ਫਿਰ ਉਹ ਜਿਹੜਾ ਮੁਕੱਦਮਾ ਜੇ ਸਿਵਲ ਕੋਰਟ ਜਾਂਦਾ ਸੀ, ਸਿਵਲ ਕੋਰਟ ਵੱਲੋਂ ਜਿਹੜਾ ਐਸਾ ਕੇਸ ਸੀਗਾ ਉਹ ਡਿਪਟੀ ਕਮਿਸ਼ਨਰ ਨੂੰ ਜਿਹੜਾ ਰੈਫਰ ਕਰ ਦਿੱਤਾ ਜਾਂਦਾ ਸੀਗਾ। Mortgagors right of redemption unrestricted. The execution of a mortgage in one of the statutory forms in no way interfere with the mortgagor's right to redeem his land at any time on the payment of the mortgage debt. Mortgage ਦੀ ਮਨੀ ਵਾਪਸ ਕਰਕੇ ਜਿਹੜਾ ਮਾਲਕ ਸੀਗਾ ਉਹ ਕਿਸੇ ਵੀ ਸਮੇਂ ਤੇ ਆਪਣੀ ਜਿਹੜੀ ਪ੍ਰਾਪਰਟੀ ਸੀ ਉਹਨੂੰ ਰਿਡੀਮ ਕਰਵਾ ਸਕਦਾ ਸੀਗਾ, ਉਹਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਸੀਗੀ। ਅੱਗੇ ਲੀਜ਼ ਦੀ ਗੱਲ ਕੀਤੀ ਗਈ ਹੈ। ਲੀਜ਼ਸ ਟ੍ਰਾਂਸਫਰ ਲੌਂਗ ਟਰਮ 20 years other persons. As it would be easy to evade the provisions regarding mortgages by making transfers for long periods in the form of the lease. The term of the leases made by the members of the agricultural tribes in favor of the persons who are not the members of the same tribe or tribe in the same group has been limited to 20 years. ਮਤਲਬ ਕਿ ਜੇਕਰ ਮੌਰਗੇਜ ਦੇ ਜਿਹੜੇ ਰਾਈਟ ਸੀਗੇ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਓਵਰ ਪਾਵਰ ਕਰਨ ਦੀ ਖਾਤਰ ਕਈ ਵਾਰੀ ਲੀਜ਼ ਦੇ ਦਿੱਤੀ ਜਾਂਦੀ ਸੀ ਜ਼ਮੀਨ ਦੀ, ਪਰ ਲੀਜ਼ ਦੇ ਵਿੱਚ ਵੀ ਫਿਰ ਸਰਕਾਰ ਨੇ ਕੰਡੀਸ਼ਨਾਂ ਲਾਈਆਂ ਵੀ 20 ਸਾਲ ਤੋਂ ਵੱਧ ਲੀਜ਼ ਨਹੀਂ ਹੋ ਸਕਦੀ। Restrictions on the hypothecation of the crops. ਕਿਸੇ ਦੀ crop ਨੂੰ, ਠੀਕ ਹੈ, ਕੋਈ ਵਿਅਕਤੀ ਮਤਲਬ ਇਦਾਂ ਦੀ ਕੰਡੀਸ਼ਨ ਕਰ ਲੈਂਦੇ ਸੀ ਆਪਸ ਦੇ ਵਿੱਚ ਵੀ ਜਿਹੜੀ ਫਸਲ ਦੀ ਪੈਦਾਵਾਰ ਹੈਗਾ ਤੂੰ ਲਏਗਾ, ਪਰ ਇਹਦੇ ਤੇ ਵੀ ਕੁਝ ਰਿਸਟ੍ਰਿਕਸ਼ਨ ਲੱਗੇ ਹੋਏ ਸੀਗੀਆਂ। ਮੈਕਸਿਮਮ ਚਾਰਜ 1 year ਔਨ ਦਾ ਪ੍ਰੋਡਿਊਸ ਆਫ 2 ਫਸਲਾਂ ਤੋਂ ਵੱਧ ਜਿਹੜਾ ਸੀਗਾ ਮਤਲਬ ਕਿ ਕਿਸੇ ਵਿਅਕਤੀ ਕੋਈ ਕਿਸੇ ਹੋਰ ਦੀ ਜ਼ਮੀਨ ਦੇ ਉੱਪਰ ਚਾਰਜ ਨਹੀਂ ਸੀ ਰੱਖ ਸਕਦਾ 2 ਫਸਲਾਂ ਤੋਂ ਜ਼ਿਆਦਾ। ਜੇ ਕੋਈ ਜ਼ਿਆਦਾ ਕੋਈ ਚਾਰਜ ਰੱਖਣਾ ਚਾਹੁੰਦਾ ਸੀ ਕਿਸੇ ਜ਼ਮੀਨ ਦੇ ਉੱਪਰ ਪੈਦਾਵਾਰ ਦੇ ਉੱਪਰ ਤਾਂ ਡਿਪਟੀ ਕਮਿਸ਼ਨਰ ਤੋਂ ਪਰਮਿਸ਼ਨ ਲੈਣ ਦੀ ਜ਼ਰੂਰਤ ਪੈਂਦੀ ਹੈ। ਸੇਲ ਇਨ ਐਗਜ਼ੀਕਿਊਸ਼ਨ ਆਫ ਏ ਡਿਕਰੀ। ਜਦੋਂ ਕੋਈ ਐਗਜ਼ੀਕਿਊਸ਼ਨ ਦੇ ਵਿੱਚ ਕਿਸੇ ਪ੍ਰਾਪਰਟੀ ਦੀ ਕਿਸੇ ਮਾਲਕ ਦੀ ਜ਼ਮੀਨ ਨੂੰ ਸੀਲ ਕੀਤਾ ਜਾਂਦਾ ਸੀਗਾ ਤਾਂ ਉਹਦੇ ਉਸ ਤੋਂ ਪਹਿਲਾਂ ਕੀ ਹੈ ਕਮਿਸ਼ਨਰ ਜੁਡੀਸ਼ੀਅਲ ਕਮਿਸ਼ਨਰ ਤੋਂ ਪਰਮਿਸ਼ਨ ਲੈਣ ਦੀ ਲੋੜ ਪੈਂਦੀ। Rights and duties of the landlords and the tenants as regards to the produce. ਕਈ ਵਾਰੀ ਕੀ ਹੁੰਦਾ ਸੀਗਾ ਮਤਲਬ ਲੈਂਡਲੋਰਡ ਤੇ ਟੇਨੈਂਟ ਦੇ ਜਿਹੜੇ ਰਾਈਟ ਸੀਗੇ ਆਪਸ 'ਚ ਵੀ ਬਟਾਈ ਤਿਹਾਈ ਦੇਣੀ ਹੈ, ਹਾਫ ਦੇਣੀ ਹੈ, 50-50 ਕਰਨੀ ਹੈ, ਠੀਕ ਹੈ। ਇੱਦਾਂ ਦੇ ਜਿਹੜੇ ਰਾਈਟ ਸੀਗੇ ਉਹ ਜਿਹੜਾ ਅਸੀਂ ਟੈਨੈਂਸੀ ਐਕਟ ਪੜ੍ਹਿਆ ਉਹਦੀ ਸੈਕਸ਼ਨ 12 ਹੈਗੀ ਆ, ਉਹਦੇ ਮੁਤਾਬਕ ਹੀ ਸਾਰਾ ਸੇਮ ਹੀ ਦੱਸਿਆ ਗਿਆ ਵੀ ਦੋਹਾਂ ਦੇ ਆਪਸੀ ਜੇ ਕੋਈ ਵੰਡ ਕੀਤੀ ਜਾਂਦੀ ਸੀਗਾ ਤਾਂ ਉਹਦੇ ਮੁਤਾਬਕ ਜੇ ਕੋਈ ਰੌਲਾ ਪੈਂਦਾ ਸੀ ਤਾਂ ਫਿਰ ਦੈਨ ਜਿਹੜਾ ਰੈਫਰੀ ਵਗੈਰਾ ਨਿਯੁਕਤ ਕੀਤੇ ਜਾਂਦੇ ਸੀਗੇ। ਨੈਕਸਟ ਹੈਗਾ ਡਿਵੀਜ਼ਨ ਬਾਈ ਰੈਫਰੀ ਅਪਾਇੰਟਡ ਬਾਈ ਦਾ ਤਹਿਸੀਲਦਾਰ। ਇਹ ਪਹਿਲਾਂ ਪੜ੍ਹੇ ਸੀਗੇ ਸੈਕਸ਼ਨ 17 ਦੇ ਵਿੱਚ, ਠੀਕ ਹੈ। ਸੈਕਸ਼ਨ 17 ਟੈਨੈਂਸੀ ਐਕਟ ਦਾ ਪੜ੍ਹਿਆ ਸੀਗਾ, ਜੇ ਜ਼ਰੂਰਤ ਪੈਂਦੀ ਸੀ ਤਾਂ ਤਹਿਸੀਲਦਾਰ ਵੱਲੋਂ ਰੈਫਰੀ ਨਿਯੁਕਤ ਕੀਤਾ ਜਾਂਦਾ। ਪੇਮੈਂਟ ਆਫ ਰੈਂਟ ਥਰੂ ਤਹਿਸੀਲਦਾਰ। ਜੇ ਕੋਈ ਪੇਮੈਂਟ ਲੈਣ ਦੇਣ ਦਾ ਕੋਈ ਡਿਸਪਿਊਟ ਹੁੰਦਾ ਤਾਂ ਸੈਕਸ਼ਨ 31 ਦੇ ਅਕੋਰਡਿੰਗ ਜਿਹੜੀ ਪੇਮੈਂਟ ਆ ਤਹਿਸੀਲਦਾਰ ਦੇ ਰਾਹੀਂ ਵੀ ਦਿੱਤੀ ਜਾ ਸਕਦੀ ਸੀਗੀ। 59 ਦੇ ਵਿੱਚ ਹੈਗਾ ਨੋਟਿਸ ਆਫ ਦਾ ਰਿਲਿੰਕੁਇਸ਼ਮੈਂਟ। ਕੋਈ ਟੈਨੈਂਟ ਐਟ ਵਿਲ ਹੈ, ਆਪਣੀ ਮਰਜ਼ੀ ਨਾਲ ਕੋਈ ਜ਼ਮੀਨ ਛੱਡਣੀ ਚਾਹੁੰਦਾ ਸੀਗਾ, ਠੀਕ ਹੈ, ਤਾਂ ਸੈਕਸ਼ਨ 41 ਹੈ, 45 ਹੈ, ਇਹਦੇ ਮੁਤਾਬਕ ਹੈਗਾ ਸੀਗਾ ਜਿਹੜਾ ਆਪਾਂ ਪਹਿਲਾਂ ਪੜ੍ਹਿਆ ਟੈਨੈਂਸੀ ਐਕਟ ਦੇ ਵਿੱਚ, ਉਹ ਕਾਰਵਾਈਆਂ ਸਾਰੀਆਂ ਇਹਦੇ ਮੁਤਾਬਕ ਕੀਤੀਆਂ ਜਾਂਦੀਆਂ ਸੀ। ਨੋਟਿਸ ਜਾਰੀ ਕੀਤਾ ਜਾਂਦਾ ਸੀ ਪਹਿਲਾਂ। ਨੋਟਿਸ ਆਫ ਐਜੈਕਟਮੈਂਟ ਆਫ ਈਅਰਲੀ ਟੈਨੈਂਟ। ਲੈਂਡਲੋਰਡ ਹੂ ਵਿਸ਼ਸ ਟੂ ਐਜੈਕਟ ਏ ਟੈਨੈਂਟ। ਜੇ ਕੋਈ ਲੈਂਡਲੋਰਡ ਸੀਗਾ ਕਿਸੇ ਟੈਨੈਂਟ ਨੂੰ ਐਜੈਕਟ ਕਰਨਾ ਚਾਹੁੰਦਾ ਸੀਗਾ ਜਿਹੜਾ ਈਅਰਲੀ ਬੇਸਡ ਮਤਲਬ ਖੇਤੀਬਾੜੀ ਕਰਦਾ ਸੀਗਾ ਤਾਂ ਸੈਕਸ਼ਨ 15 ਦੇ ਮੁਤਾਬਕ 45 ਦੇ ਮੁਤਾਬਕ ਟੈਨੈਂਸੀ ਐਕਟ ਦਾ 15 ਨਵੰਬਰ ਨੋਟਿਸ ਦੇਣਾ ਪੈਂਦਾ ਸੀ ਉਸਨੂੰ। ਉਹ ਕਾਰਵਾਈ ਸੈਕਸ਼ਨ 45 'ਚ ਅਸੀਂ ਪੜ੍ਹ ਚੁੱਕੇ ਹਾਂ ਪਹਿਲਾਂ ਡਿਟੇਲ ਦੇ ਵਿੱਚ, ਉਹਦੇ ਮੁਤਾਬਕ ਕਾਰਵਾਈ ਕੀਤੀ ਜਾਂਦੀ ਸੀ। ਕੰਟੈਂਟਸ ਆਫ ਦਾ ਨੋਟਿਸ ਦੇ ਕੰਟੈਂਟਸ ਕੀ ਹੁੰਦੇ ਹੈ ਸੈਕਸ਼ਨ 45 ਦੇ 3 ਦੇ ਵਿੱਚ ਦੱਸਿਆ ਗਿਆ। ਨਾਮ, ਕੋਰਟ ਦਾ ਨਾਮ ਕਿ ਦੱਸਿਆ ਗਿਆ, ਪਿੰਡ ਦਾ ਨਾਮ ਦੱਸਿਆ ਗਿਆ, ਨੰਬਰ ਖਸਰਾ ਰਕਬਾ ਵਗੈਰਾ ਵਗੈਰਾ, ਠੀਕ ਹੈ। ਕਿੰਨੇ ਸਾਲ ਦੀ ਟੈਨੈਂਸੀ ਹੈ, ਕੌਣ ਮਾਲਕ ਹੈ, ਕੌਣ ਟੈਨੈਂਟ ਹੈ, ਸਾਰਾ ਕੁਝ ਦੱਸਿਆ ਜਾਂਦਾ। ਨੈਕਸਟ ਆ ਗਿਆ ਫਿਰ ਐਜੈਕਟਮੈਂਟ ਆਰਡਰ। ਐਜੈਕਟਮੈਂਟ ਆਰਡਰ ਦੇ ਸੰਬੰਧ 'ਚ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਸਾਰਾ। ਐਜੈਕਟਮੈਂਟ ਦਾ ਕੋਈ ਆਰਡਰ ਹੈਗਾ ਤਾਂ 45 ਟੈਨੈਂਸੀ ਐਕਟ ਦੀ 45 ਸੈਕਸ਼ਨ 45 ਹੈਗਾ
45 ਦਾ 5 ਪਾਰਟ ਅੱਗੇ ਨੈਕਸਟ ਹੈਗਾ ਸੈਕਸ਼ਨ 46 ਐਜੈਕਟਮੈਂਟ ਜਿਹੜਾ ਪੀਰੀਅਡ ਸੀਗਾ 1 ਮਈ ਤੋਂ ਲੈ ਕੇ 15 ਜੂਨ ਦੇ ਵਿੱਚ ਜਿਹੜਾ ਜਾਰੀ ਕੀਤਾ ਜਾਂਦਾ ਸੀਗਾ ਆਰਡਰ 1 ਮਈ ਐਂਡ 15 ਜੂਨ। ਨੈਕਸਟ ਹੈ ਪ੍ਰੋਟੈਕਸ਼ਨ ਆਫ ਦਾ ਸਟੈਂਡਿੰਗ ਕ੍ਰੌਪਸ। ਪ੍ਰੋਟੈਕਸ਼ਨ ਆਫ ਦਾ ਸਟੈਂਡਿੰਗ ਕ੍ਰੌਪ, ਜੇ ਫਸਲ ਕੋਈ ਖੜੀ ਹੁੰਦੀ ਸੀਗੀ ਤਾਂ ਆਪਾਂ ਪੜ੍ਹਿਆ ਸੀਗਾ ਸੈਕਸ਼ਨ 49 ਦੇ ਵਿੱਚ, ਜਾਂ ਤਾਂ ਉਹਨੂੰ ਸਮਾਂ ਵਧਾ ਦਿੱਤਾ ਜਾਂਦਾ ਸੀਗਾ ਜਾਂ ਫਿਰ ਉਹਦੀ ਪੇਮੈਂਟ ਜਮ੍ਹਾਂ ਕਰਾਈ ਜਾਂਦੀ ਸੀਗੀ। ਜਿਹੜਾ ਕਬਜ਼ਾ ਲੈਣ ਵਾਲਾ ਹੁੰਦਾ ਸੀਗਾ ਉਹ ਉਹਦੀ ਪੇਮੈਂਟ ਜਮ੍ਹਾਂ ਕਰਾਉਂਦਾ ਸੀਗਾ, ਯਾਨੀ ਕਿ ਮੁਆਵਜ਼ਾ, ਜਾਂ ਫਿਰ ਉਹਨੂੰ ਟਾਈਮ ਦਿੱਤਾ ਜਾਂਦਾ ਸੀ ਆਪਦੀ ਫਸਲ ਵੱਢਣ ਦਾ। ਨੈਕਸਟ ਹੈਗਾ ਐਜੈਕਟਮੈਂਟ ਆਫ ਦਾ ਟੇਨੈਂਟਸ ਫਾਰ ਅ ਫਿਕਸਡ ਟਰਮ ਐਂਡ ਆਕੂਪੈਂਸੀ ਟੇਨੈਂਟਸ ਸੋ ਫਾਰ। ਇਹ ਸੈਕਸ਼ਨ 40 ਅਸੀਂ ਪੜ੍ਹਿਆ ਸੀਗਾ, ਉਹਦੇ ਵਿੱਚ ਸਾਰਾ ਡਿਟੇਲ ਦਿੱਤੀ ਗਈ ਹੈ, ਦੁਬਾਰਾ ਦੇਖ ਲਿਓ ਇੱਕ ਵਾਰੀ। ਆਰਡਰ ਫਾਰ ਐਜੈਕਟਮੈਂਟ ਆਫ ਦਾ ਆਕੂਪੈਂਸੀ ਟੇਨੈਂਟ ਫੇਲਿੰਗ ਟੂ ਸੈਟੀਸਫਾਈ ਡਿਗਰੀ ਫਾਰ ਰੈਂਟ। ਜਦੋਂ ਕੋਈ ਟੇਨੈਂਟ ਸੀਗਾ ਆਕੂਪੈਂਸੀ ਟੇਨੈਂਟ, ਉਹਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੁੰਦੀ ਰੈਂਟ ਦੀ, ਠੀਕ ਹੈ, ਤਾਂ ਜੇ ਉਹ ਪੇਮੈਂਟ ਨਾ ਕਰਦਾ ਤਾਂ ਫਿਰ ਉਹਨੂੰ ਐਜੈਕਟਮੈਂਟ ਦੇ ਲਈ ਦਾਅਵਾ ਦਾਇਰ ਕੀਤਾ ਜਾ ਸਕਦਾ ਸੀਗਾ ਲੈਂਡਲੌਰਡ ਵੱਲੋਂ। ਸੈਕਸ਼ਨ 39 ਹੈਗਾ ਟੈਨੈਂਸੀ ਐਕਟ ਦਾ, ਉਹ ਜੀ ਡਿਟੇਲ ਆਪਾਂ ਸਾਰੀ ਪੜ੍ਹੀ ਵੀ ਹੈ, ਦੇਖ ਲੈਣਾ ਇੱਕ ਵਾਰੀ। 1 ਮਈ ਤੋਂ 15 ਜੂਨ ਦੇ ਵਿੱਚ ਜਿਹੜਾ ਹੈਗਾ ਸੀਗਾ ਕਬਜ਼ਾ ਵਾਪਸ ਕਰਨਾ ਹੁੰਦਾ। ਰੈਮਡੀ ਆਫ ਟੇਨੈਂਟ ਡਿਸਪੋਜੈਸਡ ਬਿਫੋਰ ਰਿਸੀਟ ਆਫ ਦਾ ਕੰਪਨਸੇਸ਼ਨ ਡਿਊ। ਜਦੋਂ ਕਿਸੇ ਟੇਨੈਂਟ ਨੂੰ ਮਤਲਬ ਕਿ ਡਿਸਪੋਜੈਸ ਕਰਨਾ ਹੁੰਦਾ ਹੈ ਤਾਂ ਜਿਹੜੀ ਉਹਦੀ ਕੋਈ ਇੰਪਰੂਵਮੈਂਟਸ ਕੀਤੀਆਂ ਹੋਈਆਂ ਹੁੰਦੀਆਂ, ਉਸਨੇ ਕੋਈ ਕੀਤੀ ਨਹੀਂ ਹੁੰਦੀ, ਜਿਹੜੀ ਕੰਪਨਸੇਸ਼ਨ ਹੁੰਦੀ ਹੈ ਉਹਨੂੰ ਦੇਣੀ ਹੁੰਦੀ ਹੈ। ਜਦੋਂ ਤੱਕ ਨਹੀਂ ਦਿੰਦਾ ਉਦੋਂ ਤੱਕ ਉਸ ਦੀ ਜਿਹੜੀ ਸਟੇ ਕੀਤੀ ਜਾਂਦੀ ਹੈ ਕਬਜ਼ੇ ਦੀ ਕਾਰਵਾਈ ਤੇ। ਗਰਾਊਂਡਸ ਐਕਸ਼ਨ ਫਾਰ ਦਾ ਐਜੈਕਟਮੈਂਟ ਐਂਡ ਰੀਸਟੇਟਮੈਂਟ। ਜੇ ਕਿਸੇ ਵਿਅਕਤੀ ਨੂੰ ਰੌਂਗਫੁਲੀ ਡਿਸਪੋਜੈਸ ਕਰ ਵੀ ਦਿੱਤਾ ਜਾਂਦਾ ਸੀ ਤਾਂ ਉਹਦੇ ਕੋਲ ਫਿਰ ਵੀ ਰਾਈਟ ਹੁੰਦਾ ਸੀਗਾ 1 ਸਾਲ ਦੇ ਅੰਦਰ ਉਹ ਆਪਦਾ ਕੋਰਟ ਦੇ ਜਾ ਕੇ ਦਾਅਵਾ ਦਾਇਰ ਕਰ ਸਕਦਾ ਹੈ। ਨਲਟੀ ਐਂਟਰੀਜ਼ ਇਨ ਰਿਕਾਰਡ ਆਫ ਰਾਈਟਸ ਔਰ ਐਗਰੀਮੈਂਟਸ ਇਨਕਰੀਜ਼ਿੰਗ ਲੈਂਡਲੋਰਡਸ ਪਾਵਰ ਐਜੈਕਟਮੈਂਟ। ਜੇ ਕੋਈ ਲੈਂਡਲੋਰਡ ਹੈ ਇਦਾਂ ਦੀਆਂ ਕੋਈ ਐਂਟਰੀਜ਼ ਪਾ ਲੈਂਦਾ ਸੀ ਰਿਕਾਰਡ ਦੇ ਵਿੱਚ, ਜਿਹਦੇ ਵਿੱਚ ਮਤਲਬ ਕਿ ਉਹ ਜਿਹੜੇ ਟੇਨੈਂਟ ਦੇ ਜਿਹੜੇ ਰਾਈਟਸ ਸੀ ਲਿਮਟਿਡ ਹੋ ਜਾਂਦੇ ਸੀ ਤੇ ਲੈਂਡਲੋਰਡ ਦੇ ਰਾਈਟਸ ਮਤਲਬ ਕਿ ਜਿਸ ਵੇਲੇ ਮਰਜ਼ੀ ਚਾਹੇ ਟੇਨੈਂਟਸ ਨੂੰ ਉਹ ਐਜੈਕਟ ਕਰ ਸਕਦਾ ਹੈ। ਇਦਾਂ ਦੀਆਂ ਜਿਹੜੀਆਂ ਐਂਟਰੀਜ਼ ਸੀ ਕੋਈ ਲੈਂਡਲੋਰਡ ਪਾ ਲੈਂਦਾ ਸੀ ਤਾਂ ਉਹਨੂੰ ਮਤਲਬ ਕਿ ਨਲ ਐਂਡ ਵਾਇਡ ਸਮਝਿਆ ਜਾਂਦਾ। ਇੰਪਰੂਵਮੈਂਟਸ ਦੀ ਗੱਲ ਕੀਤੀ ਗਈ, ਆਪਾਂ ਸੈਕਸ਼ਨ 61 ਚ ਪੜ੍ਹਿਆ ਸੀਗਾ, ਜੇ ਇੰਪਰੂਵਮੈਂਟ ਲੈਂਡਲੋਰਡ ਨੇ ਕੀਤੀ ਹੁੰਦੀ ਹੈ ਤਾਂ ਲੈਂਡਲੋਰਡ ਵੀ ਕਲੇਮ ਕਰ ਸਕਦਾ ਹੈ, ਰੈਂਟ ਵਧਾਉਣ ਦੀ ਗੱਲ ਕਰ ਸਕਦਾ। ਜੇ ਇੰਪਰੂਵਮੈਂਟ ਟੇਨੈਂਟ ਨੇ ਕੀਤੀ ਹੈ ਤਾਂ ਟੇਨੈਂਟ ਕਹਿ ਸਕਦਾ ਵੀ ਮੇਰਾ ਕਿਰਾਇਆ ਘਟਾਇਆ ਜਾਵੇ, ਠੀਕ ਹੈ ਜੀ। ਇਹ ਸੈਕਸ਼ਨ 61 ਸੀ ਟੇਨੈਂਸੀ ਐਕਟ ਦਾ, ਅਸੀਂ ਡਿਟੇਲ 'ਚ ਪੜ੍ਹਿਆ ਹੋਇਆ ਪਹਿਲਾਂ। ਇੰਪਰੂਵਮੈਂਟ ਬਾਈ ਲੈਂਡਲੋਰਡ, ਇੰਪਰੂਵਮੈਂਟ ਬਾਈ ਟੇਨੈਂਟ ਐਟ ਬਿਲ। ਜੇ ਟੇਨੈਂਟ ਐਟ ਬਿਲ ਵੱਲੋਂ ਵੀ ਇੰਪਰੂਵਮੈਂਟ ਕੀਤੀ ਜਾਂਦੀ ਹੈ ਤਾਂ ਉਹ ਵੀ ਕੰਪਨਸੇਟ ਮਤਲਬ ਕਿ ਆਪਣੀ ਕੰਪਨਸੇਸ਼ਨ ਲੈ ਸਕਦਾ ਹੈ। ਕੰਪਨਸੇਸ਼ਨ ਫਾਰ ਦਾ ਡਿਸਟਰਬੈਂਸ ਦੀ ਗੱਲ ਕੀਤੀ ਗਈ, ਕੋਈ ਨਾ ਲੱਗਦੀ ਜ਼ਮੀਨ ਨੂੰ, ਕੋਈ ਜਿਹੜਾ ਟੇਨੈਂਟ ਹੈਗਾ ਨਾ ਲੱਗਦੀ ਜ਼ਮੀਨ ਮਾਲਕ ਦੀ ਖਾਲੀ ਪਈ ਸੀ, ਬੇਕਾਰ ਪਈ ਸੀਗੀ, ਉਹਨੂੰ ਵਾਹ ਕੇ ਮਤਲਬ ਕਿ ਉਹ ਆਪਦੇ ਵਿੱਚ ਲਾ ਲਾਉਂਦਾ ਸੀਗਾ ਤਾਂ ਉਹਦੀ ਵੀ ਉਹ ਕੰਪਨਸੇਸ਼ਨ ਜਿਹੜੀ ਹੈਗੀ ਹੈ ਕਲੇਮ ਕਰ ਸਕਦਾ ਜੇ ਉਸਨੂੰ ਮਤਲਬ ਕਿ ਉਸਨੂੰ ਡਿਸਪੋਜੈਸ ਕਰਨਾ ਹੋਵੇ ਐਜੈਕਟਮੈਂਟ ਦੇ ਟਾਈਮ ਦੇ ਵਿੱਚ। ਸੈਕਸ਼ਨ ਅੱਗੇ ਹੈਗਾ ਇੰਪਰੂਵਮੈਂਟਸ ਬਾਈ ਦਾ ਆਕੂਪੈਂਸੀ ਟੇਨੈਂਟਸ। ਜੇ ਕੋਈ ਆਕੂਪੈਂਸੀ ਟੇਨੈਂਟ ਨੇ ਇੰਪਰੂਵਮੈਂਟ ਕੀਤੀ ਹੋਵੇ ਪਰ ਉਹ ਕਿਸੇ ਕਾਰਨ ਉਸਨੂੰ ਐਜੈਕਟਮੈਂਟ ਦੇ ਆਰਡਰ ਆ ਜਾਣ, ਠੀਕ ਹੈ, ਤਾਂ ਉਹ ਵੀ ਸੈਕਸ਼ਨ 63 ਪੜ੍ਹਿਆ ਸੀ ਅਸੀਂ, ਸੈਕਸ਼ਨ 63 ਦੇ ਤਹਿਤ ਉਹ ਮਤਲਬ ਕਿ ਜਿਹੜੀ ਇੰਪਰੂਵਮੈਂਟਸ ਦਾ ਜਿਹੜਾ ਕਲੇਮ ਹੈ ਕੰਪਨਸੇਸ਼ਨ ਕਲੇਮ ਕਰ ਸਕਦਾ ਹੈਗਾ। ਫਿਰ ਹੈਗੀਆਂ ਪ੍ਰੋਵੀਜ਼ਨਸ ਆਫ ਟੈਨੈਂਸੀ ਐਕਟ ਐਜ਼ ਟੂ ਟੈਨੈਂਟਸ ਐਂਡ ਆਫ ਦਾ ਇੰਪਰੂਵਮੈਂਟਸ। ਇਹ ਜਿਹੜੀਆਂ ਪ੍ਰੋਵੀਜ਼ਨ ਹੈ ਸੈਕਸ਼ਨ 64 ਤੋਂ ਲੈ ਕੇ 66 ਤੱਕ ਹੈਗੀਆਂ ਨੇ, ਅਸੀਂ ਪਹਿਲਾਂ ਸਾਰੀਆਂ ਡਿਟੇਲਸ ਪੜ੍ਹੀਆਂ ਹੋਈਆਂ ਨੇ। Ejectment and enhancement of rent barred till tenant has received। ਜਦੋਂ ਤੱਕ ਜਿਹੜਾ ਟੇਨੈਂਟ ਹੈਗਾ ਉਸਨੂੰ ਜਿਹੜੀ ਇੰਪਰੂਵਮੈਂਟਸ ਕੰਪਨਸੇਸ਼ਨ ਨਹੀਂ ਦੇ ਦਿੱਤੀ ਜਾਂਦੀ ਉਦੋਂ ਤੱਕ ਉਸਨੂੰ ਐਜੈਕਟਮੈਂਟ ਨਹੀਂ ਸੀ ਹੋ ਸਕਦੀ। ਤੇ ਅੱਗੇ ਹੈਗਾ ਕੈਲਕੂਲੇਸ਼ਨਸ ਆਫ ਦਾ ਕੰਪਨਸੇਸ਼ਨ। ਕੈਲਕੂਲੇਸ਼ਨ ਕੌਣ ਕਰਦਾ ਸੀ ਕੰਪਨਸੇਸ਼ਨ ਦੀਆਂ? ਸੈਕਸ਼ਨ 72 ਹੈ, ਠੀਕ ਹੈ। ਇਹਦੇ ਵਿੱਚ ਰੈਵਨਿਊ ਆਫੀਸਰ ਕੋਲ ਅਧਿਕਾਰ ਸੀਗਾ ਵੀ ਕਿੰਨੀ ਕੰਪਨਸੇਸ਼ਨ ਬਣਦੀ ਹੈ, ਕੀ ਇਹਨੇ ਇੰਪਰੂਵਮੈਂਟਸ ਕੀਤੀਆਂ ਗਈਆਂ ਨੇ। ਆਪਾਂ ਡਿਟੇਲ 'ਚ ਪੜ੍ਹਿਆ ਸੀ ਵੀ ਕਿੰਨਾ ਖਰਚ ਹੋਇਆ, ਕਿੰਨੇ ਸਮੇਂ ਲਈ ਇਹ ਜਿਹੜੀ ਇੰਪਰੂਵਮੈਂਟ ਕੀਤੀ, ਕਿੰਨੇ ਸਮੇਂ ਲਈ ਚੱਲੇਗੀ। ਤੇ ਇਹ ਸਾਰੀਆਂ ਸੈਕਸ਼ਨ 72 ਦੇ ਤਹਿਤ ਕੈਲਕੂਲੇਸ਼ਨਸ ਹੁੰਦੀਆਂ ਨੇ।
compensation by grant of lease or reduction of the rate of battle। ਜੇ ਕਿਸੇ ਟੈਨੈਂਟ ਨੇ ਕੋਈ ਲੈਂਡ ਦੇ ਉੱਪਰ ਕੋਈ ਕੰਪਨਸੇਸ਼ਨ ਸੌਰੀ ਕੋਈ ਇਦਾਂ ਦੀ ਇੰਪਰੂਵਮੈਂਟ ਕਰ ਲਈ ਹੈ, ਪਰ ਉਹਨੂੰ ਜੇ ਲੈਂਡਲੌਰਡ ਵੱਲੋਂ ਲੰਮੇ ਸਮੇਂ ਦੇ ਲਈ ਗ੍ਰਾਂਟ ਉਹਦੇ ਦਿੱਤੀ ਗਈ, ਲੀਜ਼ ਦੇ ਦਿੱਤੀ ਗਈ ਪ੍ਰੋਪਰਟੀ, ਤਾਂ ਫਿਰ ਉਹਦਾ ਜਿਹੜਾ ਰੈਂਟ ਵਗੈਰਾ ਸੀ ਉਹ ਨਹੀਂ ਘਟਾਇਆ ਜਾਂਦਾ, ਕਿਉਂਕਿ ਜਿਹੜਾ ਲੰਮੇ ਸਮੇਂ ਦੀ ਜਿਹੜੀ ਲੀਜ਼ ਹੈਗੀ ਹੈ ਉਹ ਲੀਜ਼ ਦਾ ਜਿਹੜਾ ਬੈਨੀਫਿਟ ਹੈਗਾ ਉਹ ਟੈਨੈਂਟ ਨਹੀਂ ਲੈਣਾ ਹੁੰਦਾ। ਨੈਕਸਟ ਆ ਗਿਆ ਚੈਪਟਰ ਹੈਗਾ 6 ਹੈਗਾ ਤੁਹਾਡਾ ਪਾਵਰਸ ਆਫ ਦਾ ਰੈਵਨਿਊ ਆਫੀਸਰਸ। ਇਹ ਜਿਹੜਾ ਹੈਗਾ ਆਪਣਾ ਸੈਕਸ਼ਨ 6 ਲੈਂਡ ਰੈਵਨਿਊ ਐਕਟ ਹੈਗਾ, ਸੈਕਸ਼ਨ 6 ਦੇ ਵਿੱਚ ਅਸੀਂ ਡਿਟੇਲ 'ਚ ਪੜ੍ਹਿਆ ਹੋਇਆ ਹੈਗਾ, ਦੁਬਾਰਾ ਇੱਥੇ ਪੜ੍ਹਨ ਦੀ ਸਾਨੂੰ ਲੋੜ ਨਹੀਂ ਹੈ। ਸੈਕਸ਼ਨ 6 ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ ਕਲਾਸਿਸ ਆਫ ਦਾ ਰੈਵਨਿਊ ਆਫੀਸਰਸ, FCR ਕਮਿਸ਼ਨਰ, ਕਲੈਕਟਰ, ਅਸਿਸਟੈਂਟ ਕਲੈਕਟਰ, ਸੈਕੰਡ ਗ੍ਰੇਡ, ਠੀਕ ਹੈ ਜੀ। ਪਾਵਰ ਆਫ ਦਾ ਫਾਈਨੈਂਸ਼ੀਅਲ ਕਮਿਸ਼ਨਰ ਅਸੀਂ ਸਾਰਾ ਪੜ੍ਹਿਆ ਹੋਇਆ ਸੈਕਸ਼ਨ ਲੈਂਡ ਰੈਵਨਿਊ ਐਕਟ ਦੇ ਵਿੱਚ। ਅੱਗੇ ਚਲੋ। एक्सक्लूजन ऑफ द जुरिसडिक्शन ऑफ द सिविल कोर्ट्स, ये ਅਸੀਂ ਪੂਰੀ ਡਿਟੇਲ 'ਚ ਪੜ੍ਹਿਆ ਸੈਕਸ਼ਨ 158 ਲੈਂਡ ਰੈਵਨਿਊ ਐਕਟ ਦੀ ਹੈਗੀ ਸੈਕਸ਼ਨ 158, ਠੀਕ ਹੈ। ਸਿਵਲ ਕੋਰਟਾਂ ਨੂੰ ਕਿੱਥੇ ਕਿੱਥੇ ਜਿਹੜਾ ਹੈਗਾ ਸਟ੍ਰਿਕਟ ਕੀਤਾ ਗਿਆ ਹੈ ਰੈਵਨਿਊ ਲੈਂਡ ਰੈਵਨਿਊ ਦੇ ਜਿਹੜੇ ਕੇਸਿਸ ਹੈਗੇ ਉਹ ਸਿਵਲ ਕੋਰਟਾਂ ਨਹੀਂ ਸੁਣ ਸਕਦੀਆਂ। ਫਿਰ ਐਗਜੀਕਿਊਸ਼ਨ ਬਾय द ਰੈਵਨਿਊ ਆਫੀਸਰਸ ਆਫ ਸਰਟਨ ਆਰਡਰਸ ਆਫ ਦ ਸਿਵਲ ਕੋਰਟਸ, ਰੈਵਨਿਊ ਆਫੀਸਰ ਵੱਲੋਂ ਸਿਵਲ ਕੋਰਟਾਂ ਜਿਹੜੇ ਮੁਕੱਦਮੇ ਹੈਗੇ ਉਹਨਾਂ ਦੀ ਆਰਡਰਾਂ ਦੀ ਐਗਜੀਕਿਊਸ਼ਨ ਕਰਨੀ। ਲੈਂਡ ਰੈਵਨਿਊ ਰੂਲਸ ਸੈਕਸ਼ਨ ਰੂਲਸ 47 ਤੋਂ ਲੈ ਕੇ 50 ਤੱਕ, ਤੇ ਲੈਂਡ ਰੈਵਨਿਊ ਸੈਕਸ਼ਨ ਦਾ ਜਿਹੜਾ ਹੈਗਾ 141 ਅਸੀਂ ਪਹਿਲਾਂ ਡਿਟੇਲ 'ਚ ਪੜ੍ਹਿਆ ਹੋਇਆ ਹੈਗਾ, ਫਿਰ ਰੈਫਰ ਕਰ ਲਿਓ। Functions of the collector under section 72 of the civil procedure code, ਇਹ ਕੀ ਕਿਹਾ ਗਿਆ ਸੀ? ਕਿਹਾ ਗਿਆ ਕਿ ਡਿਗਰੀ ਜੇ ਕੋਈ ਦੀ ਕੋਈ ਜੇ ਕੋਈ ਇੰਪਲੀਮੈਂਟ ਤੁਸੀਂ ਕਰਨੀ ਹੈਗੀ ਹੈ ਤਾਂ ਉਹਦੇ ਵਿੱਚ ਕੀ ਹੋਏਗਾ, ਜਿਹੜਾ ਕਾਸ਼ਤਕਾਰ ਹੈਗਾ ਜਿਹਦੀ ਤੇ ਲੈਂਡ ਅਟੈਚ ਕੀਤੀ ਜਾ ਰਹੀ ਹੈ ਤਾਂ ਉਹਦੇ ਮਤਲਬ ਕਿ ਸੇਲ ਕਰਨ ਤੋਂ ਪਹਿਲਾਂ ਉਹਦੇ ਲਈ ਗੁਜ਼ਾਰੇ ਭੱਤੇ ਦੇ ਲਈ ਫਸਲ ਅਨਾਜ ਛੱਡਿਆ ਜਾਵੇਗਾ ਫਾਰ ਦਾ ਫੈਮਿਲੀ ਆਫ ਦਾ ਟੈਨੈਂਟ। ਪ੍ਰੋਸੀਜਰ ਦੱਸਿਆ ਗਿਆ ਰੈਵਨਿਊ ਕੋਰਟਾਂ ਦਾ ਕੀ ਹੁੰਦਾ ਹੈ, ਉਹ ਅਸੀਂ ਡਿਟੇਲ 'ਚ ਪੜ੍ਹਿਆ ਸੀ। ਲੈਂਡ ਰੈਵਨਿਊ ਐਕਟ ਦੇ ਸੈਕਸ਼ਨ 18 ਤੋਂ 23 ਸਮਨਿੰਗ ਪ੍ਰੋਸੈਸ ਕਿਵੇਂ ਹੁੰਦਾ ਹੈ, ਆਰਬਿਟ੍ਰੇਸ਼ਨ ਕਿਵੇਂ ਹੁੰਦੀ ਹੈ, 127 ਤੋਂ 135 ਕਾਸਟ ਆਫ ਦਾ ਕੇਸ ਸੈਕਸ਼ਨ 122, ਠੀਕ ਹੈ। ਇਹ ਅਸੀਂ ਡਿਟੇਲ 'ਚ ਪੜ੍ਹੇ ਹੋਏ ਸਾਰੇ। ਆਰਬਿਟ੍ਰੇਸ਼ਨ ਹੈ ਸੈਕਸ਼ਨ 127 ਤੋਂ 135 ਲੈਂਡ ਰੈਵਨਿਊ ਐਕਟ ਦੇ ਵਿੱਚ, ਜਦੋਂ ਪਾਰਟੀਆਂ ਬਾਹਰ ਜਾ ਕੇ ਫੈਸਲਾ ਕਰਵਾਉਣਾ ਮਤਲਬ ਲੱਗੇ ਠੀਕ ਕੋਰਟ ਨੂੰ ਲੱਗੇ। ਲੀਗਲ ਪ੍ਰੈਕਟੀਸ਼ਨਰ ਕੌਣ ਹੁੰਦੇ ਨੇ? ਵਕੀਲ। ਚਲੋ ਰਿਵਿਊ ਐਂਡ ਰਿਵੀਜ਼ਨ ਸੈਕਸ਼ਨ 15 ਲੈਂਡ ਰੈਵਨਿਊ ਐਕਟ, ਠੀਕ ਹੈ ਜੀ। ਉੱਥੇ ਆਪਾਂ ਡਿਟੇਲ ਪੜ੍ਹੀ ਵੀ ਹੈ, ਇਹੀ ਸੇਮ ਹੈ, ਕੋਈ ਡਿਫਰੈਂਸ ਨਹੀਂ ਹੈਗਾ। ਰਿਵੀਜ਼ਨ ਹੈ ਸੈਕਸ਼ਨ 16 'ਚ ਪੜ੍ਹੀ ਸੀ ਅਸੀਂ ਸਾਰੀ, ਉਹੀ ਹੈਗਾ। ਰਿਵਾਈਜ਼ ਕੀਤਾ ਜਾ ਸਕਦਾ ਆਰਡਰ ਨੂੰ, ਠੀਕ ਹੈ। ਜਦੋਂ ਕਿਸੇ ਕੋਰਟ ਨੂੰ ਲੱਗਦਾ ਉਹਦੇ ਅਧੀਨ ਕੋਈ ਕੋਰਟ ਦੇ ਵਿੱਚ ਕੋਈ ਕੇਸ ਚੱਲਦਾ ਹੈ ਤਾਂ ਉਸ ਕੇਸ ਨੂੰ ਮੰਗਵਾ ਕੇ ਕੋਰਟ ਵੱਲੋਂ ਦੇਖਿਆ ਜਾ ਸਕਦਾ ਹੈ, ਹਰ ਕੋਰਟ ਵੱਲੋਂ, ਲੋਅਰ ਕੋਰਟ ਦਾ ਫੈਸਲੇ ਨੂੰ। ਅਪੀਲ ਹੈ ਸੈਕਸ਼ਨ 13, AC ਫਸਟ ਤੇ ਸੈਕੰਡ ਦੀ ਜਿਹੜੀ ਅਪੀਲ ਹੁੰਦੀ ਹੈ ਉਹ ਕਲੈਕਟਰ ਦੇ ਹੁੰਦੀ ਹੈ, ਕਲੈਕਟਰ ਦੀ ਅਪੀਲ ਕਮਿਸ਼ਨਰ ਦੇ ਹੁੰਦੀ ਹੈ, ਕਮਿਸ਼ਨਰ ਦੀ ਅਪੀਲ FCR ਦੇ ਹੁੰਦੀ ਹੈ। ਸੈਕਸ਼ਨ 13 ਹੈਗਾ। ਲਿਮਿਟੇਸ਼ਨ ਆਫ ਅਪੀਲ ਕੀ ਸੀ ਆਪਾਂ ਪੜ੍ਹੇ ਸੀ ਸੈਕਸ਼ਨ 14 ਦੇ ਵਿੱਚ, 30 ਡੇਜ਼, 60 ਡੇਜ਼ ਤੇ 90 ਡੇਜ਼। ਡਿਪਟੀ ਕਮਿਸ਼ਨਰ ਕੋਲ ਅਪੀਲ ਹੋਣੀ ਹੈ 30 ਦਿਨ ਦੇ ਅੰਦਰ, ਕਮਿਸ਼ਨਰ ਕੋਲ ਹੋਣੀ ਹੈ 60 ਦਿਨ ਦੇ ਅੰਦਰ, FCR ਕੋਲ ਹੁੰਦੀ ਹੈ 90 ਡੇਜ਼ ਦੇ ਅੰਦਰ। ਅਗਲਾ ਚੈਪਟਰ ਤੁਹਾਡਾ ਪਟਵਾਰੀ ਐਂਡ ਕਾਨੂੰਨ ਹੋਏ, ਆਪਾਂ ਨੂੰ ਰੂਲਸ ਨੇ ਇਹਦੀ ਪੜ੍ਹਨ ਦੀ ਲੋੜ ਨਹੀਂ ਹੈਗੀ। ਨੈਕਸਟ ਚੈਪਟਰ ਹੈਗਾ ਸਾਡਾ ਵਿਲੇਜ ਹੈਡਮੈਨ, ਠੀਕ ਹੈ। ਅਸੀਂ ਪਹਿਲਾਂ ਡਿਟੇਲ 'ਚ ਪੜ੍ਹ ਚੁੱਕੇ ਹਾਂ, ਦੁਬਾਰਾ ਅਸੀਂ ਟਾਈਮ ਨਹੀਂ ਵੇਸਟ ਕਰਾਂਗੇ। ਰੂਲਸ ਜਿਹੜੇ ਸਾਡੇ ਲੈਂਡ ਰੈਵਨਿਊ ਰੂਲਸ ਹੈਗੇ ਨੇ ਉਹਦੇ 'ਚ ਸਾਰੇ ਸੈਕਸ਼ਨ 13 ਰੂਲ ਨੰਬਰ 13 ਤੋਂ ਲੈ ਕੇ ਸਾਰਾ ਦਾ ਸਾਰਾ ਜਿਹੜਾ ਸਾਡਾ ਹੈਗਾ ਰੂਲਸ ਨੇ ਉਹ
ਹੈਡਮੈਨ ਦੇ ਸੰਬੰਧ 'ਚ ਦੱਸੇ ਗਏ ਨੇ ਕਿਵੇਂ ਸਿਲੈਕਸ਼ਨ ਹੁੰਦੀ ਹੈ ਉਹਦੀ, ਠੀਕ ਹੈ, ਕਿਵੇਂ ਅਪਾਇੰਟਮੈਂਟ ਹੁੰਦੀ ਹੈ, ਸਨਦ ਕਿਵੇਂ ਜਾਰੀ ਕੀਤੀ ਜਾਂਦੀ ਹੈ, ਕੀ ਕੰਡੀਸ਼ਨਾਂ ਨੇ, ਉਹਦੇ ਕੀ ਡਿਊਟੀਜ਼ ਹੁੰਦੀਆਂ ਨੇ। ਡਿਊਟੀਜ਼ ਬਾਰੇ ਸਾਰਾ ਦੱਸਿਆ ਗਿਆ, ਪਹਿਲਾਂ ਪੜ੍ਹਿਆ ਸਾਰਾ ਆਪਾਂ ਡਿਟੇਲ ਦੇ ਵਿੱਚ। ਚੌਥਾ ਰਿਮੂਨਰੇਸ਼ਨ ਹੈ 75 ਦਿੰਦੇ ਅਸੀਂ ਹੈਡਮੈਨ ਨੂੰ। ਕਿਹੜੇ ਪੁਆਇੰਟਸ ਅਸੀਂ ਦੇਖਿਆ ਹੁੰਦਾ ਵੀ ਹੈਰੀਡਿਟਰੀ ਕਲੇਮ ਕੀ ਹੈ, ਜ਼ਮੀਨ ਕਿੰਨੀ ਕੁ ਹੈ, ਸਰਕਾਰ ਦੇ ਲਈ ਕੀ ਕੰਮ ਕੀਤੇ ਹੈਗੇ ਨੇ, ਉਹਦਾ ਆਪਦਾ ਕਰੈਕਟਰ ਕਿਹੋ ਜਿਹਾ ਹੈਗਾ। ਚੌਥਾ 5% ਦਿੱਤਾ ਜਾਂਦਾ ਹੈ ਨੰਬਰਦਾਰ ਨੂੰ। ਰੈਜੀਗਨੇਸ਼ਨ ਉਹਦਾ ਹੈਡਮੈਨ, ਸਾਰਾ ਅਸੀਂ ਡਿਟੇਲ ਪਰ ਡਿਸਮਿਸਲ ਕਿਵੇਂ ਹੋ ਸਕਦੀ ਹੈ। ਪਨਿਸ਼ਮੈਂਟ, ਵੇਕੈਂਟ ਪੋਸਟਾਂ ਨੂੰ ਫਿਲ ਕਰਨ ਦੇ ਲਈ ਪਰਮਿਸ਼ਨ ਲੈਂਦੇ ਅਸੀਂ। ਡਿਊਟੀ ਉਹਦਾ ਤਹਿਸੀਲਦਾਰ ਟੂ ਅਪਾਇੰਟ ਦਾ ਸਕਸੈਸਰ। ਅਪਾਇੰਟਮੈਂਟ ਟੂ ਦ ਵੇਕੈਂਟ ਪੋਸਟ ਸ਼ੁੱਡ ਨਾਟ ਬੀ ਡਿਲੇ, ਜ਼ਿਆਦਾ ਦੇਰ ਨਹੀਂ ਹੋਣੀ ਚਾਹੀਦੀ, ਨਾਲ ਦੇ ਨਾਲ ਜਿਹੜਾ ਪਰਮਿਸ਼ਨ ਲੈ ਕੇ। ਹੈਰੀਡਿਟਰੀ ਕਲੇਮ ਹੁਣ ਸੋਲ ਹੈਰੀਡਿਟਰੀ ਕਲੇਮ ਨੂੰ ਨਹੀਂ ਮੰਨਿਆ ਜਾਂਦਾ, ਇਹਦੇ ਨਾਲ ਜਿਹੜੇ ਹੋਰ ਪੁਆਇੰਟਸ ਕੁਛ ਹੈਗੇ ਨੇ ਉਹ ਵੀ ਲਿਖੇ ਜਾਂਦੇ ਨੇ। ਕੋਈ ਵੋਟਿੰਗ ਨਹੀਂ ਹੁੰਦੀ ਇਹਦੇ ਵਿੱਚ ਨੰਬਰਦਾਰ ਦੀ ਸਿਲੈਕਸ਼ਨ ਵੇਲੇ। ਅਪਾਇੰਟ ਆਫ ਦਾ ਫੀਮੇਲ ਵੀ ਅਪਾਇੰਟ ਕੀਤੀ ਜਾ ਸਕਦੀ ਹੈ ਨੰਬਰਦਾਰ। ਪੋਸਟਾਂ ਨੂੰ ਘਟਾਉਣਾ ਵਧਾਉਣਾ, ਠੀਕ ਹੈ, ਇਹਦੇ ਲਈ ਪਰਮਿਸ਼ਨ ਦੀ ਲੋੜ ਪੈਂਦੀ ਹੈ। ਜੈਲਦਾਰ, formation of jails in the closing paragraph of the settlement manual, we are connected with the first section of the jaildari agency into a district and principles to follow. ਕੁਝ ਪਿੰਡਾਂ ਨੂੰ ਇਕੱਠੇ ਕਰਕੇ ਇੱਕ ਜੇਲ੍ਹ ਬਣਾਈ ਜਾਂਦੀ ਸੀਗੀ, ਕੁਝ ਪਿੰਡਾਂ ਦੇ ਗਰੁੱਪ ਨੂੰ ਇਕੱਠੇ ਕਰਕੇ ਇੱਕ ਜੇਲ੍ਹ ਬਣਾਈ ਜਾਂਦੀ ਸੀ। ਉਹ ਜੇਲ੍ਹ ਦੇ ਜਿਹੜਾ ਹੈਗਾ ਸੀਗਾ ਉਸ ਪਿੰਡਾਂ ਨੂੰ ਜਿਹੜਾ ਹੋਲਡ ਕਰਦਾ ਸੀਗਾ, ਸਰਕਾਰ ਦੀ ਹੈਲਪ ਕਰਦਾ ਸੀ, ਉਸ ਨੂੰ ਉਹਨੂੰ ਜੈਲਦਾਰ ਕਿਹਾ ਜਾਂਦਾ ਸੀਗਾ। ਜੈਲਦਾਰ ਦੀਆਂ ਡਿਊਟੀਆਂ ਕਿਹੜੀ ਸੀਗੀਆਂ? ਸੇਮ ਡਿਊਟੀਆਂ ਜਿਹੜੀਆਂ ਨੰਬਰਦਾਰ ਦੀਆਂ ਡਿਊਟੀਆਂ ਹੁੰਦੀਆਂ ਨੇ, ਉਹੀ ਜੈਲਦਾਰ ਦੀਆਂ ਡਿਊਟੀਆਂ ਹੁੰਦੀਆਂ ਆਲਮੋਸਟ। ਡਿਊਟੀ ਆਫ ਦਾ ਅਟੈਂਡੈਂਸ ਔਨ ਦਾ ਆਫਿਸਰਸ ਵਿਜ਼ਿਟਿੰਗ their jails. Deputy Commissioner should try to see all his jaildars at the least once a year. Deputy Commissioner ਵੀ ਆਪਦੀ ਜੇਲ੍ਹ ਦੇ ਵਿੱਚ ਜਾ ਕੇ ਸਾਲ 'ਚ ਇੱਕ ਵਾਰੀ। ਜੈਲਦਾਰ ਨੂੰ ਮਿਲਦਾ ਕੀ ਸੀਗਾ? 1% ਆਫ ਦਾ ਲੈਂਡ ਰੈਵਨਿਊ, 1% ਆਫ ਦਾ। ਅੱਗੇ ਗੱਲ ਆ ਗਈ ਲਾਲ ਕਿਤਾਬ ਦੀ। ਲਾਲ ਕਿਤਾਬ 'ਚ ਕੀ ਹੈਗਾ ਸੀ? ਵਿਲੇਜ ਨੋਟਬੁੱਕ ਕਿਹਾ ਜਾਂਦਾ ਇਸ ਨੂੰ। ਪਹਿਲਾਂ 398 ਚੈਪਟਰ 11 ਐਗਰੀਕਲਚਰ ਸਟੈਟਿਕਸ। ਲਾਲ ਕਿਤਾਬ ਦਾ ਨਕਸ਼ਾ ਮਿਲਾਨ, ਜਿਹੜਾ ਤੁਹਾਨੂੰ ਸਾਰਿਆਂ ਨੇ ਦੇਖੀ ਹੋਏਗਾ। ਨਕਸ਼ਾ ਮਿਲਾਨ ਰਕਬਾ ਪਹਿਲਾ ਨੰਬਰ ਨਕਸ਼ਾ ਹੁੰਦਾ ਹੈਗਾ, ਠੀਕ ਹੈ। ਫਿਰ ਦੂਜੇ ਨਕਸ਼ਾ ਕਾਹਦਾ ਹੁੰਦਾ ਸੀ? ਖਰੀਫ, ਸੋਨੇ ਦੀ ਫਸਲ ਦਾ ਨਕਸ਼ਾ। ਫਿਰ ਤੀਜਾ ਨਕਸ਼ਾ ਹੈਗਾ ਰੱਬੀ ਦੀ ਨਕਸ਼ਾ ਫਸਲ ਦਾ, ਹਾੜੀ ਦਾ, ਰੈਵਨਿਊ ਅਕਾਊਂਟੈਂਟ, ਬਾਸਲ ਵਾਕਿੰਗ ਵੀਸ ਦਾ ਜਿਹੜਾ ਸੀਗਾ ਹਿਸਾਬ ਕਿਤਾਬ, ਪਿੰਡ ਦਾ ਕਿੰਨਾ ਮਾਮਲਾ ਹੈਗਾ, ਕਿੰਨਾ ਲੋਕ ਰੇਟ ਹੈਗਾ, ਕਿੰਨਾ ਚੌਕੀਦਾਰ ਹੈਗਾ, ਸਾਰਾ ਇਹ 4 ਨੰਬਰ ਨਕਸ਼ੇ 'ਚ ਆ ਜਾਂਦਾ ਹੈ ਲਾਲ ਕਿਤਾਬ ਦੇ। ਨਕਸ਼ਾ ਨੰਬਰ 5 'ਚ ਕੀ ਹੁੰਦਾ ਹੈ? ਸਟੇਟਮੈਂਟ ਆਫ ਦਾ ਟ੍ਰਾਂਸਫਰਸ, ਰਾਈਟਸ, ਓਨਰਸ ਐਂਡ ਆਕੂਪੈਂਸੀ। ਕਿੰਨੀਆਂ ਵੀ ਟ੍ਰਾਂਸਫਰਾਂ ਹੋਈਆਂ, ਮੌਰਗੇजेस ਹੋਈਆਂ, ਸੇਲ ਹੋਈਆਂ, ਇਹ ਸਾਰਾ ਨਕਸ਼ਾ ਨੰਬਰ 5 ਦੇ ਵਿੱਚ ਦਰਸਾਇਆ ਜਾਂਦਾ ਹੈਗਾ। ਫਿਰ ਨਕਸ਼ਾ ਨੰਬਰ 6 ਦੇ ਵਿੱਚ ਕੀ ਸੀਗਾ? ਓਨਰਸ਼ਿਪ, ਮੌਰਗੇजेस ਐਂਡ ਰੈਵਨਿਊ ਅਸਾਈਨਮੈਂਟਸ। ਜਿਹੜੇ ਨਕਸ਼ਾ ਨੰਬਰ 1 ਤੋਂ ਲੈ ਕੇ 6 ਤੱਕ ਸੀਗੇ, ਇਹ ਹਰ ਸਾਲ ਭਰੇ ਜਾਂਦੇ ਆ ਲਾਲ ਕਿਤਾਬ ਦੇ। ਤੇ ਨਕਸ਼ਾ ਨੰਬਰ ਜਿਹੜਾ ਹੈਗਾ 7, 8 ਤੇ 9, ਇਹ ਹੈਗਾ 4 ਸਾਲਾਂ ਬਾਅਦ ਭਰਿਆ ਜਾਂਦਾ ਹੈ, ਆਫਟਰ 4 year। ਸਟੇਟਮੈਂਟ ਆਫ ਕਲਟੀਵੇਟਿੰਗ ਆਕੂਪੈਂਸੀ ਰੈਂਟ ਪੇਡ ਬਾਈ ਦਾ ਟੈਨੈਂਟਸ ਐਟ ਵਿਲ। ਇਹ ਹੁਣ ਮਤਲਬ ਕਿ ਜ਼ਿਆਦਾ ਯੂਟੀਲਾਈਜ਼ 'ਚ ਨਹੀਂ ਹੈਗਾ ਮੇਰੇ ਖਿਆਲ ਹੈ। ਤੁਸੀਂ ਦੇਖ ਰਹੀ ਹੋ ਇਹ ਜਿਹੜੀਆਂ ਲਾਲ ਕਿਤਾਬਾਂ ਨੇ ਹੁਣ ਇਹ ਭਰਨ ਦੀ ਲੋੜ ਘੱਟ ਹੀ ਪੈਂਦੀ ਹੈਗੀ ਹੈ।
ਨੈਕਸਟ ਸਾਡਾ ਚੈਪਟਰ ਹੈਗਾ 13 ਹੈਗਾ ਪਾਰਟੀਸ਼ਨ ਦੇ ਬਾਰੇ ਚ। ਇਹ ਅਸੀਂ ਸਾਰਾ ਡਿਟੇਲ ਚ ਪਹਿਲਾਂ ਪੜਿਆ ਹੈਗਾ, ਦੁਬਾਰਾ ਅਸੀਂ ਨਹੀਂ ਸਟੱਡੀ ਕਰਾਂਗੇ ਹੁਣ। ਪਾਰਟੀਸ਼ਨ ਸੈਕਸ਼ਨ ਨੰਬਰ 110 ਤੋਂ ਲੈ ਕੇ 126, ਠੀਕ ਹੈ ਜੀ। ਜੇ ਤੁਹਾਨੂੰ ਇਸ ਪੇਪਰ ਚ ਆ ਵੀ ਜਾਵੇ ਤਾਂ ਇਹ ਸੈਕਸ਼ਨ 110 ਤੋਂ ਲੈ ਕੇ 126 ਤੱਕ ਹੈਗੇ ਜਿਹੜੇ ਅਸੀਂ ਲੈਂਡ ਰੈਵਨਿਊ ਐਕਟ ਪੜ੍ਹੇ ਹੋਏ ਨੇ। ਪਾਰਟੀਸ਼ਨ ਕੌਣ ਅਪਲਾਈ ਕਰ ਸਕਦਾ ਹੈ, ਕਦੋਂ ਪਾਰਟੀਸ਼ਨ ਹੋ ਸਕਦੀ ਹੈ, ਕਦੋਂ ਪਾਰਟੀਸ਼ਨ ਨੂੰ ਰਿਫਿਊਜ਼ ਕੀਤਾ ਜਾ ਸਕਦਾ ਹੈ। ਜਿਵੇਂ ਕਿ ਪਿੰਡ ਦੀ ਜਿਹੜੀ ਸਾਈਟਸ ਹੈ, ਸਾਂਝੀਆਂ ਥਾਵਾਂ ਹੈਗੀਆਂ ਨੇ, ਉਹ ਪਾਰਟੀਸ਼ਨ ਨਹੀਂ ਕੀਤੀਆਂ ਜਾ ਸਕਦੀਆਂ। ਡਰਿੰਕਿੰਗ ਵਾਟਰ ਜਿਹੜੇ ਸਾਧ ਉਹ ਨੇ, ਵੈਲਸ ਵਗੈਰਾ ਨੇ, ਵਿਲੇਜ ਸਾਈਟਸ ਹੈਗੀਆਂ ਨੇ। ਪਾਰਟੀਸ਼ਨ ਦੋ ਤਿੰਨ ਤਰੀਕੇ ਦੀ ਹੁੰਦੀ ਹੈ। ਇੱਕ ਪ੍ਰਾਈਵੇਟ ਪਾਰਟੀਸ਼ਨ ਹੁੰਦੀ ਹੈ, ਜਿਵੇਂ ਆਪਸ ਦੇ ਵਿੱਚ ਐਗਰੀਮੈਂਟ ਫਾਰ ਪਾਰਟੀਸ਼ਨ ਕਰ ਲਿਆ ਤੇ ਪਟਵਾਰੀ ਕੋਲ ਇੰਤਕਾਲ ਦਰਜ ਕਰਵਾ ਲਿਆ, ਠੀਕ ਹੈ, ਤੇ ਉਹ ਇੰਤਕਾਲ ਮਨਜ਼ੂਰ ਹੋ ਗਿਆ, ਪ੍ਰਾਈਵੇਟ ਪਾਰਟੀਸ਼ਨ ਹੋ ਗਈ। ਜੇ ਪਾਰਟੀਸ਼ਨ ਬਾਈ ਦਾ ਰੈਵਨਿਊ ਆਫਿਸਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਤੇ ਪਾਰਟੀਆਂ ਨੇ ਪ੍ਰਾਈਵੇਟ ਆਪਦਾ ਐਗਰੀਮੈਂਟ ਪਾਰਟੀਸ਼ਨ ਕਰਵਾ ਕੇ ਐਗਰੀਮੈਂਟ ਫਾਈਲ ਕਰ ਐਗਰੀਮੈਂਟ ਲਿਖ ਕੇ ਤੇ ਤਹਿਸੀਲਦਾਰ ਤੋਂ ਜਾ ਕੇ ਅੱਗੇ ਕਨਫਰਮ ਕਰਵਾ ਲਿਆ, ਉਹ ਵੀ ਇੱਕ ਪਾਰਟੀਸ਼ਨ ਦਾ ਕਲੌਜ਼ ਹੈਗੀ ਹੈ। ਤੇ ਇੱਕ ਪਾਰਟੀਸ਼ਨ ਹੈਗੀ ਹੈ ਜਿਵੇਂ ਰੈਵਨਿਊ ਆਫਿਸਰ ਵੱਲੋਂ ਸਾਰੀਆਂ ਕਾਰਵਾਈਆਂ ਆਪ ਆਪਦੇ ਪੱਧਰ ਤੇ ਨਕਸ਼ਾ ਆੜਾ ਪਰਸਨ ਆਫ ਟਾਈਟਲ ਡਿਸਾਈਡ ਕੀਤਾ ਜਾਵੇ, ਠੀਕ ਹੈ, ਮੋਡ ਆਫ ਪਾਰਟੀਸ਼ਨ ਬਣਾਇਆ ਜਾਵੇ, ਉਹ ਪਾਰਟੀਸ਼ਨ ਰੈਵਨਿਊ ਆਫਿਸਰ ਵੱਲੋਂ ਹੁੰਦੀ ਹੈ। ਅਗਲਾ ਚੈਪਟਰ ਹੈਗਾ ਤੁਹਾਡਾ ਕਲੈਕਸ਼ਨ ਆਫ ਲੈਂਡ ਰੈਵਨਿਊ ਐਂਡ ਲੋਕਲ ਰੇਟ। ਇਹ ਅਸੀਂ ਬਹੁਤ ਡਿਟੇਲ ਚ ਪੜ੍ਹ ਚੁੱਕੇ ਹਾਂ ਪਹਿਲਾਂ, ਸੈਕਸ਼ਨ 61 ਤੋਂ ਲੈ ਕੇ ਸੈਕਸ਼ਨ 95 ਤੱਕ। ਸੈਕਸ਼ਨ 61 ਤੋਂ ਲੈ ਕੇ ਲੈਂਡ ਰੈਵਨਿਊ ਐਕਟ ਦੇ ਸੈਕਸ਼ਨ 61 ਤੋਂ ਲੈ ਕੇ ਸੈਕਸ਼ਨ 95 ਤੱਕ। ਪ੍ਰੋਸੈਸ ਕਿਹੜੇ ਕਿਹੜੇ ਹੁੰਦੇ ਨੇ, ਲੈਂਡ ਰੈਵਨਿਊ ਕਿਵੇਂ ਕਿਵੇਂ ਕਲੈਕਟ ਕੀਤਾ ਜਾ ਸਕਦਾ ਹੈ। ਸੈਕਸ਼ਨ 67 ਵਿੱਚ ਅਸੀਂ ਪੜ੍ਹਿਆ ਸੀਗਾ ਪ੍ਰੋਸੀਜਰ ਕਿਹੜੇ ਕਿਹੜੇ ਨੇ। ਫਿਰ ਅੱਗੇ ਦੱਸਿਆ ਗਿਆ ਸੀਗਾ ਰੇਟ ਆਫ ਡਿਮਾਂਡ, ਸੈਕਸ਼ਨ 68 ਸੈਕਸ਼ਨ 69 ਦੇ ਵਿੱਚ ਦੱਸਿਆ ਗਿਆ ਸੀਗਾ ਵਾਰੰਟ ਜਾਰੀ ਕਰਨੇ, ਠੀਕ ਹੈ। ਫਿਰ ਖੜੀ ਫਸਲ 70 ਦੇ ਵਿੱਚ ਕਿਹਾ ਸੀਗਾ ਅਟੈਚਮੈਂਟ ਕਰਨੀ, 71 ਦੇ ਵਿੱਚ ਜ਼ਮੀਨ ਟ੍ਰਾਂਸਫਰ ਕਰਨੀ, 72 ਦੇ ਵਿੱਚ ਅਟੈਚਮੈਂਟ ਕਰਨੀ। ਫਿਰ ਸੈਕਸ਼ਨ 75 ਤੇ ਦੱਸਿਆ ਗਿਆ ਸੀ ਆਪਸ਼ਨ ਕਰ ਦੇਣੀ ਜ਼ਮੀਨ ਦੀ। ਇਹ ਜਿਹੜੇ ਪ੍ਰੋਸੈਸ ਨੇ ਸਾਰੇ। ਇੱਕ ਚੈਪਟਰ ਤੁਹਾਡੇ ਵਿੱਚ ਹੈਗਾ ਸੈਕਸ਼ਨ ਚੈਪਟਰ ਨੰਬਰ 16 ਸਸਪੈਂਸ਼ਨ ਰਿਮਿਸ਼ਨ ਐਂਡ ਰਿਡਕਸ਼ਨ ਆਫ ਦਾ ਅਸੈਸਮੈਂਟ। ਇਹ ਵੀ ਇਸੀ ਲੈਂਡ ਰੈਵਨਿਊ ਐਕਟ ਦੇ ਵਿੱਚ ਡਿਟੇਲ ਚ ਪੜ੍ਹ ਚੁੱਕੇ ਹਾਂ। ਲੈਂਡ ਰੈਵਨਿਊ ਕਦੋਂ ਸਸਪੈਂਸ਼ਨ ਕੀਤੀ ਜਾਂਦੀ ਹੈ, ਕਦੋਂ ਰਿਡਕਸ਼ਨ ਕੀਤੀ ਜਾਂਦੀ ਹੈ ਲੈਂਡ ਰੈਵਨਿਊ ਦੀ। ਬਸ ਇਹ 'ਚ ਕੋਈ ਹੋਰ ਕੁਛ ਨਹੀਂ ਹੈਗਾ ਜਿਹਦੇ ਵਿੱਚ, ਜਾਣੀ ਕਿ ਜੋ ਅਸੀਂ ਸਾਰੇ ਐਕਟਾਂ ਦੇ ਵਿੱਚ ਹੈਗਾ ਇਹ 'ਚ ਇਕੱਠਾ ਕਰਕੇ ਦਿੱਤਾ ਗਿਆ ਵੀ ਤੁਸੀਂ ਐਡਮਿਨਿਸਟਰ ਕਿਵੇਂ ਕਰਨਾ ਹੈ। ਸਾਡਾ ਜਿਹੜਾ ਇਹ ਬੁੱਕ ਆਪਣਾ ਚੈਪਟਰ ਪੇਪਰ ਹੈਗਾ, ਪੇਪਰ ਨੰਬਰ 3 ਉਹਦਾ ਸਿਲੇਬਸ ਸਾਡਾ ਖਤਮ ਹੋ ਜਾਂਦਾ ਹੈ। ਤੇ ਕੱਲ ਅਸੀਂ ਸਟੱਡੀ ਕਰਾਂਗੇ CRPC, ਪੇਪਰ ਨੰਬਰ 5 CRPC, ਠੀਕ ਹੈ ਜੀ। ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਹੈ ਜੀ। ठीक है जी, ओके, क्लास इज ओवर, थैंक यू वेरी मच।